ਹਜ਼ਾਰਾਂ ਸਾਲ ਪੁਰਾਣੇ ਸਿੱਕੇ, ਹਜ਼ਾਰਾਂ ਸਾਲ ਪੁਰਾਣੇ ਗ੍ਰੰਥ ਕਿਸੇ ਇੱਕ ਵਿਅਕਤੀ ਨੇ ਸਾਂਭੇ ਨੇ। ਮੰਨ ਲਓ ਕੋਸ਼ਿਸ਼ ਇਹ ਹੁੰਦੀ ਆ ਵੀ ਕਿਸੇ ਵੀ ਧਰਮ ਦਾ ਕੋਈ ਵੀ ਧਾਰਮਿਕ ਗ੍ਰੰਥ ਜਿਹੜਾ ਯੂਨੀਕ ਆ, ਆਪਣੇ ਇਤਿਹਾਸ ਨਾਲ ਸੰਬੰਧ ਰੱਖਦਾ, ਵੀ ਉਹ ਲੈ ਲਈਏ, ਚਾਹੇ ਉਹ ਆਪਣਾ ਆਪ ਵੇਚ ਕੇ ਲੈ ਲਈਏ, ਪਰ ਮੈਂ ਉਹਨੂੰ ਛੱਡਣਾ ਨਹੀਂ ਚਾਹੁੰਦਾ। ਜਦੋਂ ਮੈਂ ਮਤਲਬ ਛੋਟਾ ਜਿਹਾ ਸੀ ਤੇ ਮੇਰੇ ਦਾਦਾ ਸਰਦਾਰ ਸ਼ਿਆਮ ਸਿੰਘ ਜੀ ਨੇ ਕੁਝ ਸਿੱਕੇ ਦਿੱਤੇ ਸੀ, ਆਨੇ, ਧੇਲੇ ਤੇ ਗਲੀ ਵਾਲੇ ਪੈਸੇ। ਉਹਨਾਂ ਸਿੱਕਿਆਂ ਨੂੰ ਮੈਂ ਸਾਂਭਿਆ ਤੇ ਉਹ ਜਿਹੜਾ ਮੇਰਾ ਸਾਂਭਣ ਦਾ ਸ਼ੌਂਕ ਸੀ ਉਹ ਅੱਜ ਜਨੂਨ ਬਣ ਗਿਆ। 250 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ, ਨਵਾਬ, ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਹੋਈਆਂ ਨੇ, ਮੇਰੇ ਕੋਲ ਲਗਭਗ ਸਾਰਿਆਂ ਦੇ ਸਿੱਕੇ ਹੈਗੇ ਨੇ। ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਲਗਭਗ ਮਤਲਬ 17-18 ਹਜ਼ਾਰ ਸਿੱਕਾ ਮੇਰੀ ਕਲੈਕਸ਼ਨ ਦੇ ਵਿੱਚ ਹੈਗਾ। ਮੇਰਾ ਫੋਕਸ ਬਣਿਆ ਵੀ ਹੱਥ ਲਿਖਤ ਜਿਹੜੀਆਂ ਪੋਥੀਆਂ ਨੇ, ਗ੍ਰੰਥ ਨੇ, ਉਹਨਾਂ ਨੂੰ ਵੀ ਸਾਂਭਿਆ ਜਾਵੇ। ਤੇ ਮੇਰੇ ਕੋਲੇ ਹੱਥ ਲਿਖਤ ਪੋਥੀਆਂ ਦੇ ਵਿੱਚ ਹਿੰਦੂ ਧਰਮ, ਸਿੱਖ ਧਰਮ, ਮੁਸਲਿਮ ਧਰਮ, ਸਾਰੇ ਧਰਮਾਂ ਨਾਲ ਸੰਬੰਧਿਤ ਮੇਰੇ ਕੋਲੇ ਹੱਥ ਲਿਖਤ ਪੋਥੀਆਂ ਨੇ ਤੇ 72 ਹੱਥ ਲਿਖਤ ਪੋਥੀਆਂ ਮੇਰੇ ਕੋਲੇ ਮੇਰੀ ਕਲੈਕਸ਼ਨ 'ਚ ਹੈਗੀਆਂ ਨੇ। ਪੱਤਿਆਂ ਦੇ ਉੱਪਰ ਲਿਖੀ ਹੋਈ ਤਾਮਿਲ ਭਾਸ਼ਾ ਦੇ ਵਿੱਚ ਰਮਾਇਣ ਆ। ਜਿਹੜੇ ਪੁਰਾਤਨ ਜੰਗਾਂ ਦੇ ਵਿੱਚ ਵਰਤੇ ਜਾਣ ਵਾਲੇ ਹਥਿਆਰ ਸੀਗੇ, ਉਹਦੀ ਵੀ ਮੈਂ ਕਲੈਕਸ਼ਨ ਕੀਤੀ ਹੈ ਜੀ। ਤੀਰ, ਤਲਵਾਰਾਂ, ਖੰਜਰ, ਕਟਾਰਾਂ, ਵਿਛੂਏ, ਨੇਜੇ, ਗੰਡਾਸੇ, ਚਾਕੂ, ਮਤਲਬ ਡਿਫਰੈਂਟ ਵੈਰਾਈਟੀ। ਜਿੰਨੀ ਵੀ ਮੇਰੇ ਕੋਲ ਕਲੈਕਸ਼ਨ ਹੈਗੀ ਆ, ਮਤਲਬ ਮੈਂ ਚਾਹੁੰਦਾ ਵੀ ਇੱਕ ਤਾਂ ਇਹ ਚੀਜ਼ਾਂ ਸਾਂਭੀਆਂ ਨੇ ਤਾਂ ਆਉਣ ਵਾਲੀ ਨਵੀਂ ਪੀੜ੍ਹੀ ਵਾਸਤੇ ਸਾਂਭੀਆਂ ਨੇ, ਤਾਂ ਕਿ ਬੱਚਿਆਂ ਨੂੰ ਆਪਣਾ ਇਤਿਹਾਸ ਦਿਖਾ ਸਕੀਏ। ਮੈਂ ਚਾਹੁੰਦਾ, ਮੇਰਾ ਇੱਕ ਸੁਪਨਾ ਆ ਵੀ ਇਹ ਜਿੰਨਾ ਵੀ ਮੇਰੇ ਕੋਲ ਸਿੱਕੇ ਪਏ ਨੇ, ਗ੍ਰੰਥ ਪਏ ਨੇ, ਹਥਿਆਰ ਪਏ ਨੇ, ਜਾਂ ਹੋਰ ਪੇਂਡੂ ਸੱਭਿਆਚਾਰ ਦੀਆਂ ਚੀਜ਼ਾਂ ਪਈਆਂ ਨੇ, ਯੂਨੀਕ ਆਈਟਮਾਂ ਪਈਆਂ ਨੇ, ਵੀ ਉਹਨਾਂ ਦਾ ਇੱਕ ਮਿਊਜ਼ੀਅਮ ਬਣਾਇਆ ਜਾਵੇ। ਕਮਲੇ ਹੋਣ ਤੋਂ ਬਿਨਾਂ, ਜਨੂਨ ਤੋਂ ਬਿਨਾਂ ਕੋਈ ਚੀਜ਼ ਨਹੀਂ ਲੈ ਸਕਦੇ ਆਪਾਂ। 28 ਸਾਲ ਤੋਂ ਲੱਗਿਆ ਹੋਇਆ। ਮੇਰੀ 28 ਸਾਲ ਦੀ ਐਂ ਕਹ ਲਓ ਦਿਨ ਪਰ ਰਾਤ ਜੋ ਮੈਂ ਇਕੱਠਾ ਕੀਤਾ, ਜੋ ਮੈਂ ਕਹਿ ਲਓ ਆਪਣਾ ਆਪ ਟਾਈਟ ਰਹਿ ਕੇ, ਫੈਮਿਲੀ ਨੂੰ ਟਾਈਟ ਕਰਕੇ, ਜਾਂ ਫੈਮਿਲੀ ਦੀਆਂ ਸਾਰੇ ਸੁਪਨੇ, ਮਤਲਬ ਸੁਪਨੇ, ਆਕਾਂਖਿਆਵਾਂ ਸਭ ਇਹਦੇ ਵਿੱਚ ਲੱਗੇ। ਹਾਂ, ਵੀ ਇੰਨਾ ਕੁਛ ਕਰਕੇ ਜੇ ਮੰਨ ਲਓ ਮੈਂ ਕਲੈਕਸ਼ਨ ਕੀਤੀ ਆ, ਤਾਂ ਮੈਂ ਚਾਹੁੰਦਾ ਵੀ ਸਿਰਫ ਤੇ ਸਿਰਫ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਦਿਖਾਉਣ ਵਾਸਤੇ, ਆਪਣਾ ਇਤਿਹਾਸ, ਆਪਣਾ ਵਿਰਸਾ ਦਿਖਾਉਣ ਵਾਸਤੇ ਕੀਤੀ ਆ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਆਨੰਦਪ੍ਰੀਤ ਸਿੰਘ। ਅੱਜ ਅਸੀਂ ਬੈਠੇ ਹਾਂ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ, ਅਹਿਮਦਗੜ੍ਹ ਸ਼ਹਿਰ ਦੇ ਵਿੱਚ। ਇੱਥੇ ਬੈਠਣ ਦਾ, ਅੱਜ ਮੁਲਾਕਾਤ ਕਰਨ ਦਾ ਇੱਕ ਖਾਸ ਮਕਸਦ ਹੈ। ਖਾਸ ਮਕਸਦ ਵੀ ਤੁਹਾਨੂੰ ਦੱਸ ਦਈਏ ਕਿ ਕਦੇ ਤੁਸੀਂ ਸੋਚਿਆ ਹੋਵੇਗਾ ਕਿ ਕੋਈ ਪੁਰਾਤਨ, ਕੋਈ ਸਿੱਕੇ, ਪੁਰਾਤਨ ਗ੍ਰੰਥ ਜਾਂ ਪੁਰਾਤਨ ਜਿਹੜੀਆਂ ਵਸਤਾਂ ਨੇ ਸਾਡੀਆਂ, ਜਿਹੜੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਸੀ, ਸਾਡੇ ਜਿਹੜੇ ਪੁਰਖਿਆਂ ਦੇ ਨਾਲ ਜੁੜੀਆਂ ਹੋਈਆਂ ਸੀ, ਸਾਡੇ ਵਡਵਡੇਰਿਆਂ ਦੇ ਨਾਲ ਜੁੜੀਆਂ ਹੋਈਆਂ ਸੀ, ਤੁਸੀਂ ਕਈ ਵਾਰੀ ਲੱਗਦਾ ਨਾ ਕਿ ਅਸੀਂ ਉੱਥੇ ਜਾ ਕੇ ਘੁੰਮੀਏ, ਦੇਖੀਏ ਕਿ ਉਹ ਕਿਹੋ ਜਿਹਾ ਵਕਤ ਸੀਗਾ। ਉਸ ਵਕਤ ਨੂੰ ਅਸੀਂ ਦੇਖਣ ਦੇ ਲਈ ਕਿਤੇ ਨਾ ਮਿਊਜ਼ੀਅਮ 'ਤੇ ਜਾਂਦੇ ਹਾਂ, ਅਜਾਇਬ ਘਰ ਦੇ ਵਿੱਚ ਜਾਂਦੇ ਹਾਂ, ਹੋਰ ਵੀ ਕਈ ਵਾਰ ਚੀਜ਼ਾਂ 'ਤੇ ਜਾਂਦੇ ਹਾਂ ਦੇਖਣ। ਪਰ ਉਹ ਕਲੈਕਸ਼ਨ, ਜੇ ਤੁਸੀਂ ਸੋਚੋ ਕਿ ਤੁਸੀਂ ਸੋਚ ਸਕਦੇ ਹੋ ਕਿਸੇ ਇੱਕ ਬੰਦੇ ਨੇ ਸਾਂਭੀ ਹੋਏ, ਹਜ਼ਾਰਾਂ ਸਾਲ ਪੁਰਾਣੇ ਸਿੱਕੇ, ਹਜ਼ਾਰਾਂ ਸਾਲ ਪੁਰਾਣੇ ਗ੍ਰੰਥ ਕਿਸੇ ਇੱਕ ਵਿਅਕਤੀ ਨੇ ਸਾਂਭੇ ਨੇ। ਮੇਰੇ ਨਾਲ ਨੇ ਪਰਵਿੰਦਰ ਸਿੰਘ ਨੇ, ਇਹ ਅਹਿਮਦਗੜ੍ਹ ਤੋਂ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਤੁਸੀਂ ਇੱਕ ਵਾਰੀ ਵਿਜ਼ੂਅਲ ਦੇਖੋਗੇ ਕਿ ਗ੍ਰੰਥ ਵੀ ਪਏ ਨੇ, ਨਾਲ ਦੀ ਨਾਲ ਸਿੱਕੇ ਵੀ ਪਏ ਨੇ। ਤੇ ਵੱਡੀ ਗੱਲ ਇਹ ਹੈ ਕਿ ਅਹਿਮਦਗੜ੍ਹ, ਜਿੱਦਾਂ ਭਾਈ ਸਾਹਿਬ ਮੈਨੂੰ ਦੱਸ ਰਹੇ ਕਿ ਅਹਿਮਦਗੜ੍ਹ 2-3 ਚੀਜ਼ਾਂ ਲਈ ਮਸ਼ਹੂਰ ਹੈ। ਪਹਿਲੀ ਗੱਲ, ਅਹਿਮਦਗੜ੍ਹ ਦਾਤੀਆਂ ਬੜੀਆਂ ਮਸ਼ਹੂਰ ਨੇ। ਦੂਜੀਆਂ ਇਹ ਦੱਸ ਰਹੇ ਸੀ ਕਿ ਅਹਿਮਦਗੜ੍ਹ ਇੱਕ ਚੌਂਕ ਤੋਂ 8 ਰਸਤੇ ਨਿਕਲਦੇ ਨੇ। ਅਤੇ ਤੀਸਰਾ, ਜਿਹੜਾ ਪਰਮਿੰਦਰ ਜੀ ਦੇ ਸਾਂਭੇ ਹੋਏ ਸਿੱਕੇ ਨੇ, ਗ੍ਰੰਥ ਨੇ, ਇਹ ਮਸ਼ਹੂਰ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਵਿਦੇਸ਼ਾਂ ਤੱਕ ਵੈਸੇ ਵੀ ਚਰਚਾ ਇਹਨਾਂ ਦੀ ਹੈ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਚਰਚਾ ਹੋਏਗੀ। ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਸਰ, ਬਹੁਤ ਬਹੁਤ ਸਵਾਗਤ ਪ੍ਰਾਈਮ ਏਸ਼ੀਆ ਟੀਵੀ ਦੇ। ਬਹੁਤ ਬਹੁਤ ਧੰਨਵਾਦ ਵੀਰ ਜੀ।
ਤੁਹਾਡੇ ਸ਼ਹਿਰ ਦੇ ਵਿੱਚ ਆਏ ਆ, ਤੁਹਾਡੀ ਖਜ਼ਾਨਾ ਦੇਖਣ ਆਏ ਆ। ਕੀ ਲੱਗਦਾ ਕੀ ਹੈ ਜੇ ਸਭ ਤੋਂ ਪਹਿਲਾਂ ਜਦੋਂ ਮੈਂ ਦੇਖੇ ਤਾਂ ਮਨ ਦੇ ਵਿੱਚੋਂ ਨਿਕਲਦਾ ਵਾ ਇਹ ਕਿਵੇਂ ਹੋ ਸਕਦਾ, ਇਹ ਪੁਰਾਣੇ ਕਿੱਦਾਂ ਹੋ ਸਕਦੇ ਨੇ, ਇਹ ਸਾਂਭੇ ਕਿੱਦਾਂ ਜਾ ਸਕਦੇ ਨੇ। ਉਹਨਾਂ ਬਾਰੇ ਜਾਣਨ ਲਈ ਨਾ ਬੜਾ ਬੰਦਾ ਉਤਸੁਕ ਹੋ ਜਾਂਦਾ ਵੀ ਛੇਤੀ 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 ਮੈਨੂੰ ਦੱਸ ਦਿਓ। ਸ਼ਾਇਦ ਹੁਣ ਕਾਫੀ ਦਰਸ਼ਕਾਂ ਨੂੰ ਹੋਊਗਾ ਕਿ ਜਲਦੀ ਜਲਦੀ ਸਾਨੂੰ ਦੱਸ ਦਿਓ ਕੀ ਨੇ। ਤੇ ਪਹਿਲਾਂ ਆਪਾਂ ਹਲਕੀ ਜਿਹੀ ਝਾਤ ਪਾ ਦਈਏ ਵੀ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਸਾਂਭ ਕੇ ਰੱਖੀਆਂ ਨੇ, ਕਿਹੜੀ ਕਿਹੜੀ ਚੀਜ਼ਾਂ ਨੇ। ਜੀ, ਜਦੋਂ ਮੈਂ ਮਤਲਬ ਛੋਟਾ ਜਿਹਾ ਸੀ ਤੇ ਮੇਰੇ ਦਾਦਾ ਸਰਦਾਰ ਸ਼ਿਆਮ ਸਿੰਘ ਜੀ ਨੇ ਕੁਝ ਸਿੱਕੇ ਦਿੱਤੇ ਸੀ, ਆਨੇ, ਧੇਲੇ ਤੇ ਗਲੀ ਵਾਲੇ ਪੈਸੇ। ਉਹਨਾਂ ਸਿੱਕਿਆਂ ਨੂੰ ਮੈਂ ਸਾਂਭਿਆ ਤੇ ਉਹ ਜਿਹੜਾ ਮੇਰਾ ਸਾਂਭਣ ਦਾ ਸ਼ੌਂਕ ਸੀ ਉਹ ਅੱਜ ਜਨੂਨ ਬਣ ਗਿਆ। ਤੇ ਕਿਤੋਂ ਵੀ ਮੈਨੂੰ ਕੁਝ ਵੀ ਮੇਰੇ ਕਹਿ ਲਓ ਪੁਰਾਤਨ ਵਿਰਸੇ ਨਾਲ ਸੰਬੰਧਿਤ ਕੁਝ ਵੀ ਮੈਨੂੰ ਮਿਲ ਜਾਂਦਾ ਤੇ ਉਹ ਮਤਲਬ ਮੈਂ ਆਪਣੀ ਕਲੈਕਸ਼ਨ ਦੇ ਵਿੱਚ ਸਾਂਭ ਲੈਂਦਾ। ਤੇ ਮੇਰਾ ਜਿਹੜਾ ਸ਼ੌਂਕ ਸੀ ਉਹ ਸਿੱਕਿਆਂ ਤੋਂ ਸ਼ੁਰੂ ਹੋਇਆ। ਦੁਨੀਆ ਦੇ ਵਿੱਚ ਜਿਹੜਾ ਪਹਿਲਾ ਸਿੱਕਾ ਬਣਿਆ ਜੀ, ਉਹ ਮਗਧ ਰਾਜੇ ਨੇ ਬਣਾਇਆ, ਕਿਉਂਕਿ ਉਦੋਂ ਪਹਿਲਾਂ ਜਿਹੜਾ ਸਿੱਕਾ ਨਹੀਂ ਸੀ ਦੁਨੀਆ ਦੇ ਉੱਪਰ, ਐਕਸਚੇਂਜ ਸਿਸਟਮ ਸੀਗਾ ਵੀ ਮੱਝ ਦੇਤੀ ਤੇ ਬੱਕਰੀਆਂ ਲੈ ਲਈਆਂ, ਕਣਕ ਦੇਤੀ ਤੇ ਮੱਕੀ ਲੈ ਲਈ, ਇਸ ਤਰ੍ਹਾਂ ਦਾ ਸਿਸਟਮ ਚੱਲਦਾ ਸੀ। ਤੇ ਮਗਧ ਨੇ ਸੋਚਿਆ ਵੀ ਕਈਆਂ ਨੂੰ ਮਤਲਬ ਨਫਾ ਹੋ ਜਾਂਦਾ ਇਸ ਗੱਲ ਦੇ ਵਿੱਚ, ਕਈਆਂ ਨੂੰ ਨੁਕਸਾਨ ਹੋ ਜਾਂਦਾ। ਉਹਨੇ ਇਸ ਚੀਜ਼ ਨੂੰ ਇਕੁਅਲ ਕਰਨ ਵਾਸਤੇ ਇੱਕ ਪੈਸੇ ਦਾ ਚੱਲਣ ਸ਼ੁਰੂ ਕੀਤਾ। ਜਿਹੜਾ 2700 ਸਾਲ ਪਹਿਲਾਂ ਮਤਲਬ ਸਿੱਕਾ ਬਣਿਆ, ਯਾਨੀ 6th ਸੈਂਚੁਰੀ BC, ਉਹ ਜਿਹੜਾ ਸਿੱਕਾ ਬਣਿਆ ਉਹ ਚਾਂਦੀ ਦੇ ਸਿੱਕੇ ਬਣਾਏ। ਉਸ ਸਿੱਕੇ ਨੂੰ ਅੱਜ ਪੰਚਮਾਰਕ ਸਿੱਕੇ ਦੇ ਨਾਂ ਨਾਲ ਜਾਣਿਆ ਜਾਂਦਾ। ਤੇ ਮਗਧ ਤੋਂ ਲੈ ਕੇ ਫਿਰ ਮੌਰੀਆ ਆਇਆ, ਮੌਰੀਆ ਤੋਂ ਬਾਅਦ ਫਿਰ ਕੁਸ਼ਾਨ ਆਏ, ਕੁਸ਼ਾਨ ਤੋਂ ਬਾਅਦ ਫਿਰ ਯੋਧੇ ਆਏ, ਫਿਰ ਮੁਗਲ ਆਏ, ਫਿਰ ਸਟੈਪ ਬਾਈ ਸਟੈਪ ਜਿਵੇਂ ਜਿਵੇਂ ਡਾਇਨੈਸਟੀ ਚੇਂਜ ਹੁੰਦੀ ਗਈ, ਯਾਨੀ 2700 ਸਾਲ ਤੋਂ ਲੈ ਕੇ ਜਿੰਨੇ ਵੀ ਰਾਜੇ ਮਹਾਰਾਜੇ, ਨਵਾਬ, ਸੁਲਤਾਨ ਤੇ ਜਿੰਨੀਆਂ ਵੀ ਰਿਆਸਤਾਂ ਹੋਈਆਂ ਨੇ, ਮੇਰੇ ਕੋਲ ਲਗਭਗ ਸਾਰਿਆਂ ਦੇ ਸਿੱਕੇ ਹੈਗੇ ਨੇ। ਤੇ ਮੈਂ ਕੋਸ਼ਿਸ਼ ਕੀਤੀ ਆ ਵੀ ਆਪਣੇ ਇਤਿਹਾਸ ਨੂੰ ਸਾਂਭ ਕੇ ਆਉਣ ਵਾਲੀ ਨਵੀਂ ਪੀੜ੍ਹੀ ਵਾਸਤੇ ਸਾਂਭ ਕੇ ਰੱਖੀਏ। ਸਿੱਕਿਆਂ ਬਾਰੇ ਬਾਕੀ ਆਪਾਂ ਗ੍ਰੰਥਾਂ ਬਾਰੇ ਹੋਰ ਬਹੁਤ ਸਾਰੀ ਚੀਜ਼ਾਂ ਉਹਦਾ ਬਾਰੇ ਬਾਅਦ 'ਚ ਜਾਂਦੇ ਹਾਂ, ਪਹਿਲਾਂ ਆਪਾਂ ਸਿੱਕਿਆਂ ਬਾਰੇ ਗੱਲ ਕਰ ਲਈਏ। ਸਿੱਕੇ ਇਹ ਇਕੱਠੇ ਕਿੱਥੇ, ਇਹ ਮਿਲੇ ਕਿੱਥੋਂ ਨੇ? ਜੇ ਕਿਉਂ ਕਈ ਵਾਰ ਲੱਗਦਾ ਨਾ ਕਿ ਯਾਰ ਮੈਂ ਵੀ ਇਕੱਠੇ ਕਰ ਲਈਏ ਸਿੱਕੇ, ਹਰ ਇੱਕ ਨੂੰ ਲੱਗਦਾ ਹੁੰਦਾ ਵੀ ਇਹ ਇਕੱਠੇ ਕਿੱਥੋਂ ਕੀਤੇ ਨੇ, ਇਹ ਲੱਭਣ ਕਿੰਨੇ ਕੁ ਮਤਲਬ ਕਿੱਥੋਂ ਕੁ ਤੱਕ ਜਾ ਕੇ ਤੁਸੀਂ ਇਕੱਠੇ ਕਰਨ ਲੱਗੇ ਹੋ, ਕਿੰਨੇ ਸਾਲ ਪਹਿਲਾਂ ਲੱਗੇ ਸੀ ਤੇ ਅੱਜ ਇੰਨੀ ਕੁ ਕਲੈਕਸ਼ਨ ਹੋਈ ਹੈ ਤੁਹਾਡੇ ਕੋਲ? ਤੁਹਾਨੂੰ ਮੈਂ ਜਿਵੇਂ ਦੱਸਿਆ ਵੀ ਮੇਰੇ ਦਾਦਾ ਸਰਦਾਰ ਸ਼ਿਆਮ ਸਿੰਘ ਜੀ ਨੇ ਸਿੱਕੇ ਦਿੱਤੇ ਸੀ, ਮੈਂ ਛੋਟਾ ਜਿਹਾ ਸੀ। ਤੇ ਹੁਣ ਕਹਿ ਲਓ ਵੀ 28 ਸਾਲ ਹੋ ਗਏ ਮੈਨੂੰ ਇਸ ਲਾਈਨ ਦੇ ਵਿੱਚ। 28 ਸਾਲ ਤੋਂ ਮੈਂ ਸਿੱਕੇ ਕਲੈਕਟ ਕਰ ਰਿਹਾ। ਪਹਿਲਾਂ ਸੀਗਾ ਵੀ ਪੜ੍ਹਾਈ ਟਾਈਮ ਤਾਂ ਜੋ ਨਾਰਮਲ ਮਿਲ ਗਏ ਜਾਂ ਫੋਰਨ ਦੇ ਮਿਲ ਗਏ ਉਹ ਕਲੈਕਟ ਕਰਦਾ ਸੀ। ਫਿਰ ਉਦੋਂ ਬਾਅਦ ਮੈਂ ਲੱਕੜੀ ਦਾ ਕੰਮ ਕਰਨ ਲੱਗ ਗਿਆ। ਮੈਂ ਜੋੜੀ ਪੱਲਾ ਬਣਾਉਣਾ, ਮਿਸਤਰੀਆਂ, ਕਾਰਪੈਂਟਰ ਹਾਂ। ਤੇ ਫਿਰ ਜਿਵੇਂ ਜਿਵੇਂ ਮੇਰਾ ਪਿੰਡਾਂ ਦੇ ਵਿੱਚ ਜਾਣਾ ਹੁੰਦਾ, ਮੈਂ ਉੱਥੇ ਬਜ਼ੁਰਗਾਂ ਨਾਲ ਗੱਲ ਕਰਦਾ ਵੀ ਬਾਪੂ ਜੀ ਕੋਈ ਪੁਰਾਣੇ ਸਿੱਕੇ ਹੈਗੇ ਜਾਂ ਕੋਈ ਪੁਰਾਣੇ ਗ੍ਰੰਥ ਹੈਗੇ ਜਾਂ ਕੋਈ ਪੁਰਾਣੀ ਹੋਰ ਚੀਜ਼ ਹੈਗੀ ਆ ਪੇਂਡੂ ਸੱਭਿਆਚਾਰ ਨਾਲ ਸੰਬੰਧਿਤ, ਵੀ ਕੋਈ ਵੀ ਚੀਜ਼ ਮੈਨੂੰ ਕਿਤੋਂ ਮਿਲਦੀ ਹੈ ਦੱਸੋ। ਉਹ ਕਦੇ ਕਿਸੇ ਬੰਦੇ ਦਾ ਨਾਂ ਲੈ ਲੈਂਦੇ ਜਾਂ ਕਹਿ ਦਿੰਦੇ ਸਾਡੇ ਰਿਸ਼ਤੇਦਾਰੀ 'ਚ ਫਲਾਣੇ ਪਿੰਡ ਪਏ ਨੇ, ਤਾਂ ਉਹ ਅੱਗੇ ਦੀ ਅੱਗੇ ਰਾਬਤਾ ਕਾਇਮ ਕਰਕੇ ਉਹਨਾਂ ਦੇ ਗੇੜੇ ਕੱਢਣੇ, ਉਹਨਾਂ ਦੀਆਂ ਮਿੰਨਤਾਂ ਕਰਨੀਆਂ ਤੇ ਉਹਨਾਂ ਨੂੰ ਪੈਸੇ ਦੇ ਕੇ ਜੋ ਉਹਨਾਂ ਦਾ ਮੁੱਲ ਵਾਜਬ ਬਣਦਾ, ਜੋ ਮੇਰੀ ਔਕਾਤ ਦੇ ਮੁਤਾਬਕ ਮੈਂ ਦੇ ਸਕਦਾ, ਮੈਂ ਉਹ ਸਟੈਪ ਬਾਈ ਸਟੈਪ ਲਿਆਉਂਦਾ ਰਿਹਾ। ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਲਗਭਗ ਮਤਲਬ 17-18 ਹਜ਼ਾਰ ਸਿੱਕਾ ਮੇਰੀ ਕਲੈਕਸ਼ਨ ਦੇ ਵਿੱਚ ਹੈਗਾ। ਮੈਂ ਕਹਿੰਦਾ ਇੱਕ ਵਾਰੀ ਉਹ ਜਿਹੜੇ ਛੋਟੇ ਛੋਟੇ ਪਰਸ ਦੇ ਵਿੱਚ ਪਏ ਨੇ ਨਾਲ ਦੀ ਨਾਲ ਸਿੱਕੇ ਵੀ ਆਪਾਂ ਦਿਖਾ ਦਈਏ ਕਿ ਨਾਲੇ ਇਹਨਾਂ ਬਾਰੇ ਥੋੜ੍ਹੀ ਥੋੜ੍ਹੀ ਜਾਣਕਾਰੀ ਵੀ ਦੇ ਦਿਓ ਜੀ। ਇਹ ਜਿਹੜਾ ਸਿੱਕਾ ਹੈ ਇਹ ਕਲਾਚੂਰੀ ਗੋਲਡ ਕੁਆਇਨ ਆ, ਜਿਹੜਾ ਮਤਲਬ ਤ੍ਰਿਪੁਰੀ ਦੇ ਵਿੱਚ ਸਟੇਟ ਆ। ਤੇ ਜਿਵੇਂ ਇਹ ਸਿੱਕਾ ਹੈ ਇਹ ਮੁਗਲ ਅੰਪਾਇਰ ਜਿਹੜਾ ਅਕਬਰ ਬਾਦਸ਼ਾਹ ਸਿੱਕਾ, ਜਲਾਲੂਦੀਨ ਮੁਹੰਮਦ ਅਕਬਰ ਦਾ। ਤੇ ਜਿਹੜਾ ਇਹ ਰੇਅਰ ਮਿੰਟ ਦਾ ਸਿੱਕਾ ਹੈ ਜਿਹਨੂੰ ਆਪਾਂ ਸਰੋਂਜ ਮਿੰਟ ਕਹਿ ਦਿੰਦੇ ਹਾਂ, ਕਿਉਂਕਿ ਕੁਛ ਸਿੱਕੇ ਜਿਹੜੇ ਨੇ, ਕੁਛ ਮਿੰਟਾਂ ਜਿਹੜੀਆਂ ਨੇ ਉਹ ਰੇਅਰ ਹੁੰਦੀਆਂ ਨੇ, ਕੁਛ ਸਾਲ ਰੇਅਰ ਹੁੰਦੇ ਨੇ। ਜਿਸ ਤਰ੍ਹਾਂ ਆਪਾਂ ਇਹ ਗੱਲ ਕਰੀਏ ਵੀ ਮੈਸੂਰ ਸਟੇਟ ਦੇ ਸਿੱਕੇ ਨੇ ਟੀਪੂ ਸੁਲਤਾਨ ਦੇ, ਇਹ 골ਡ ਕੋਇਨ ਨੇ। ਦੇਖੋ ਬਹੁਤ ਹੀ ਛੋਟਾ, ਬਹੁਤ ਹੀ ਜ਼ਿਆਦਾ ਛੋਟਾ ਸਿੱਕਾ ਆ। ਤੇ ਇਹ ਉਸ ਤੋਂ ਵੀ ਛੋਟਾ ਆ। ਇਹ 1782 ਤੋਂ 1799 ਤੱਕ ਟੀਪੂ ਸੁਲਤਾਨ, ਇਹ ਜਿਹੜਾ ਟੀਪੂ ਸੁਲਤਾਨ ਦਾ ਸਿੱਕਾ ਹੈ ਇਹ ਕਿੱਥੋਂ ਕੁ ਜਾ ਕੇ ਲੈ ਕੇ ਆਏ? ਕਿਉਂਕਿ ਦੱਖਣ ਦੇ ਤਾਂ ਰਾਜੇ ਸੀਗੇ ਉੱਧਰ ਤੱਕ, ਇਹ ਫਿਰ ਤੁਸੀਂ ਉੱਧਰ ਵੀ ਜਾ ਕੇ ਲੈ ਕੇ ਆਏ ਹੋ? ਮੇਰਾ ਅਸਲ ਦੇ ਵਿੱਚ ਸ਼ੁਰੂ ਤੋਂ ਜਿਵੇਂ ਕਹਿ ਲਓ ਇੱਕ ਰੁਝਾਨ ਇੱਧਰ ਰਿਹਾ ਤੇ ਮੇਰਾ ਨੈਟਵਰਕ ਵੀ ਇਸ ਤਰ੍ਹਾਂ ਦਾ ਹੀ ਬਣਿਆ। ਤੇ ਮੇਰੇ ਨਾਲ ਕਾਫੀ ਜਿਹੜੇ ਆਲ ਓਵਰ ਇੰਡੀਆ ਦੇ ਵਿੱਚ ਜਿਹੜੀਆਂ ਨਿਊ ਮਿਸਮੈਟਿਕ ਸੁਸਾਇਟੀਆਂ ਨੇ, ਜਿਹੜੀਆਂ ਕਿ ਸਿੱਕਿਆਂ ਨੂੰ ਸਾਂਭਦੀਆਂ ਨੇ, ਸਿੱਕਿਆਂ ਨੂੰ ਸਾਂਭਣ ਵਾਲੇ ਜਿਹੜੇ ਬੰਦੇ ਨੇ ਉਹਨਾਂ ਦੇ ਇੱਕ ਜਿਹੜੇ ਸੁਸਾਇਟੀਆਂ ਬਣੀਆਂ ਨੇ, ਉਹਨਾਂ ਨਾਲ ਮੇਰਾ ਰਿਲੇਸ਼ਨ ਇੱਕ ਦੇ ਅੱਗੇ ਦੀ ਅੱਗੇ ਹੈਗਾ। ਆਲ ਓਵਰ ਇੰਡੀਆ ਜਿੰਨੀਆਂ ਸੁਸਾਇਟੀਆਂ ਨੇ ਲਗਭਗ ਸਾਰੀਆਂ ਸੁਸਾਇਟੀਆਂ ਦਾ ਮੈਂ ਮੈਂਬਰ ਵੀ ਹਾਂ। ਤੇ ਪੰਜਾਬ ਦੇ ਵਿੱਚ ਜਿਹੜੀ ਸੁਸਾਇਟੀ ਆ ਪਟਿਆਲਾ ਨਿਊਮਿਸਮੈਟਿਕ ਸੁਸਾਇਟੀ,
ਉਹਦਾ ਮੈਂ ਵਾਈਸ ਪ੍ਰੈਜ਼ੀਡੈਂਟ ਵੀ ਹਾਂ। ਜਿੰਨੇ ਆਪਣੇ ਪੰਜਾਬ ਦੇ ਕਲੈਕਸ਼ਨ ਕਰਦੇ ਨੇ, ਚਾਹੇ ਉਹ ਬਾਈਕ ਕਲੈਕਸ਼ਨ ਕਰਦਾ, ਚਾਹੇ ਉਹ ਰਿਪਬਲਿਕ ਇੰਡੀਆ ਇਕੱਠੇ ਕਰਦਾ, ਚਾਹੇ ਉਹ ਬ੍ਰਿਟਿਸ਼ ਇੰਡੀਆ ਇਕੱਠਾ ਕਰਦਾ, ਚਾਹੇ ਉਹ ਰਿਕਾਰਡ ਇਕੱਠੇ ਕਰਦਾ, ਚਾਹੇ ਉਹ ਕੁਝ ਵੀ ਕਲੈਕਟ ਕਰਦਾ, ਉਹ ਸਾਰੇ ਸਾਡੀ ਵੀ ਇੱਕ ਯੂਨੀਅਨ ਬਣਾਈ ਆ। ਇਸੇ ਤਰ੍ਹਾਂ ਜਿਹੜਾ ਮੇਰਾ ਨੈਟਵਰਕ ਆ ਪੰਜਾਬ ਤੋਂ ਬਾਹਰ ਆਲ ਓਵਰ ਇੰਡੀਆ ਦੇ ਵਿੱਚ ਹੈਗਾ। ਅਤੇ ਕਈ ਵਾਰੀ ਕੀ ਹੁੰਦਾ, ਜਿਵੇਂ ਸਾਡੇ ਗਰੁੱਪ ਬਣਾਏ ਨੇ WhatsApp 'ਤੇ ਜਾਂ ਕਹਿ ਲਓ, ਤਾਂ ਇੱਕ ਦੂਜੇ ਨਾਲ ਗੱਲ ਸ਼ੇਅਰ ਕਰਦੇ ਰਹਿੰਦੇ ਆ। ਕਿਸੇ ਕੋਲ ਕੋਈ ਸਪੇਅਰ ਹੁੰਦੀ ਆ ਤਾਂ ਅਸੀਂ ਐਕਸਚੇਂਜ ਕਰ ਲੈਂਦੇ ਹਾਂ ਜੀ। ਸਿੱਕਿਆਂ ਤੋਂ ਇਲਾਵਾ ਜੇ ਗੱਲ ਕਰੀਏ, ਕਿਹੜੇ ਕਿਹੜੇ ਗ੍ਰੰਥ, ਸ਼ਸਤਰ ਜਾਂ ਹੋਰ ਕੀ ਕੀ ਤੁਹਾਡੇ ਕੋਲ ਸਾਂਭਿਆ ਪਿਆ? ਮੇਰੇ ਕੋਲੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਸਿੱਕੇ ਨੇ। ਸਿੱਕਿਆਂ ਤੋਂ ਬਾਅਦ ਮੈਨੂੰ ਐਂ ਲੱਗਿਆ ਵੀ ਹੱਥ ਲਿਖਤ ਜਿਹੜੀਆਂ ਪੋਥੀਆਂ ਨੇ, ਕਿਉਂਕਿ ਸਿੱਕਾ ਇੱਕ ਮੈਟਲ ਆ, ਉਹ ਖਰਾਬ ਨਹੀਂ ਹੁੰਦਾ ਕਦੇ ਵੀ। ਜਿਹੜਾ 2700 ਸਾਲ ਪਹਿਲਾਂ ਸਿੱਕਾ ਬਣਿਆ ਉਹ ਖਰਾਬ ਨਹੀਂ ਹੋਇਆ, ਤਾਂ ਹੁਣ ਵੀ ਨਹੀਂ ਹੋਣਾ। ਇਸ ਕਰਕੇ ਮੇਰਾ ਫੋਕਸ ਬਣਿਆ ਵੀ ਹੱਥ ਲਿਖਤ ਜਿਹੜੀਆਂ ਪੋਥੀਆਂ ਨੇ, ਗ੍ਰੰਥ ਨੇ, ਉਹਨਾਂ ਨੂੰ ਵੀ ਸਾਂਭਿਆ ਜਾਵੇ। ਅਤੇ ਮੈਂ ਲਗਭਗ ਪਿਛਲੇ 7-8 ਸਾਲ ਤੋਂ ਹੱਥ ਲਿਖਤ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਅਤੇ ਮੇਰੇ ਕੋਲ ਹੱਥ ਲਿਖਤ ਪੋਥੀਆਂ ਦੇ ਵਿੱਚ ਹਿੰਦੂ ਧਰਮ, ਸਿੱਖ ਧਰਮ, ਮੁਸਲਿਮ ਧਰਮ, ਸਾਰੇ ਧਰਮਾਂ ਨਾਲ ਸੰਬੰਧਿਤ ਮੇਰੇ ਕੋਲ ਹੱਥ ਲਿਖਤ ਪੋਥੀਆਂ ਨੇ। ਅਤੇ 72 ਹੱਥ ਲਿਖਤ ਪੋਥੀਆਂ ਮੇਰੇ ਕੋਲ ਮੇਰੀ ਕਲੈਕਸ਼ਨ 'ਚ ਹੈਗੀਆਂ ਨੇ। ਅਤੇ ਜਿਹਦੇ ਵਿੱਚ ਸਭ ਤੋਂ ਰੇਅਰ ਜਿਹੜਾ ਮਤਲਬ ਪੋਥੀ ਆ, ਜਿਵੇਂ ਕਹਿ ਲਓ ਵੀ ਆਪਾਂ ਇਹ ਦੇਖ ਰਹੇ ਹੋ, ਜਿਹੜੀ ਸੈਕੰਡ ਵਰਲਡ ਵਾਰ ਹੋਈ ਹੈ ਜੀ, ਸੈਕੰਡ ਵਰਲਡ ਵਾਰ ਦੇ ਵਿੱਚ ਸਿੱਖ ਫੌਜੀਆਂ ਨੇ ਮੰਗ ਰੱਖੀ ਸੀ ਵੀ ਸਾਨੂੰ ਆਪਣਾ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਸਾਨੂੰ ਆਪਣੇ ਜੰਗ ਦੇ ਵਿੱਚ ਨਾਲ ਲੈ ਕੇ ਜਾਣ ਦੀ ਆਗਿਆ ਦਿੱਤੀ ਜਾਵੇ। ਅਤੇ ਅੰਗਰੇਜ਼ਾਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਨਾਲ ਕਿਉਂ ਲੈ ਕੇ ਜਾਣਾ ਚਾਹੁੰਦੇ ਹੋ? ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਗੁਰੂ ਅੱਗੇ ਉਹਨਾਂ ਨੂੰ ਯਾਦ ਕਰਕੇ, ਪਾਠ ਕਰਕੇ, ਉਹਨਾਂ ਦਾ ਧਿਆਨ ਧਰ ਕੇ ਅਸੀਂ ਉਹਨਾਂ ਅੱਗੇ ਅਰਦਾਸ ਕਰਕੇ ਫਿਰ ਅੱਗੇ ਵਧਾਂਗੇ, ਨਹੀਂ ਅਸੀਂ ਇਹ ਬੈਠੇ ਹਾਂ, ਅਸੀਂ ਅੱਗੇ ਨਹੀਂ ਵਧਾਂਗੇ, ਅਸੀਂ ਜੰਗ ਰੋਕ ਦਾਂਗੇ। ਅਤੇ ਉਹਨਾਂ ਨੇ ਉਹਨਾਂ ਦੀ ਭਾਵਨਾ ਸਮਝੀ। ਅਤੇ ਫਿਰ ਬ੍ਰਿਟਿਸ਼ ਗੌਰਮੈਂਟ ਨੇ ਉਹਨਾਂ ਵਾਸਤੇ, ਸਿੱਖਾਂ ਵਾਸਤੇ, ਸਿੱਖ ਫੌਜੀਆਂ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਮੁਸਲਮਾਨਾਂ ਵਾਸਤੇ ਕੁਰਾਨ, ਅਤੇ ਹਿੰਦੂਆਂ ਵਾਸਤੇ ਗੀਤਾ, ਅਤੇ ਜਿਹੜੇ ਮਤਲਬ ਈਸਾਈ ਸੀਗੇ ਉਹਨਾਂ ਵਾਸਤੇ ਬਾਈਬਲ 1 ਇੰਚ ਦੀ ਛਪਵਾ ਕੇ ਜਰਮਨ ਤੋਂ ਦਿੱਤੀ ਸਾਰਿਆਂ ਨੂੰ। ਇਹ ਕਿਹੜਾ ਗ੍ਰੰਥ ਹੈ ਤੁਹਾਡੇ ਹੱਥ ਵਿੱਚ? ਕੁਰਾਨ ਆ ਜੀ, ਇਹ ਮੇਰੇ ਕੋਲ ਕੁਰਾਨ ਆ, ਅਤੇ ਇਹ 1 ਇੰਚ ਦੀ ਬਾਈਬਲ ਆ ਜੀ। ਅਤੇ ਇਹ ਜਿਹੜੇ ਗ੍ਰੰਥ ਨੇ ਬਹੁਤ ਹੀ ਮਤਲਬ ਯੂਨੀਕ ਗ੍ਰੰਥ ਨੇ, 1 ਇੰਚ ਦੇ ਜੀ। ਇਹ ਛੋਟੇ ਰੂਪ ਦੇ ਵਿੱਚ ਮੇਰੇ ਕੋਲ ਹੈਗੇ ਨੇ ਸਾਰੇ, ਅਤੇ ਬਹੁਤ ਹੀ ਮਤਲਬ ਬਰੀਕ ਇਹਨਾਂ ਦੀ ਲਿਖਾਵਟ ਆ। ਅਤੇ ਕੋਸ਼ਿਸ਼ ਕਰਦਾ ਹੁੰਦਾ ਵੀ ਜਿਹੜੇ ਰੇਅਰ ਤੋਂ ਰੇਅਰ ਮਤਲਬ ਕੁਛ ਵੀ ਮੇਰੇ ਕੋਲ ਕਿਤੋਂ ਵੀ ਕੁਛ ਮਿਲਦਾ, ਪ੍ਰਾਪਤ ਹੁੰਦਾ, ਮੈਂ ਆਪਣੀ ਕਲੈਕਸ਼ਨ 'ਚ ਰੱਖਾਂ, ਤਾਂ ਕਿ ਬੱਚਿਆਂ ਨੂੰ ਉਹ ਚੀਜ਼ਾਂ ਦਿਖਾ ਸਕਾਂ ਵੀ ਆਹ ਚੀਜ਼ਾਂ ਹੁੰਦੀਆਂ ਸੀ, ਜਾਂ ਇਸ ਤਰ੍ਹਾਂ ਦਾ ਆਪਣਾ ਇਤਿਹਾਸ ਆ, ਵੀ ਆਹ ਚੀਜ਼ਾਂ। ਮੇਰੇ ਮੇਨ ਮਕਸਦ ਆ ਵੀ ਬੱਚਿਆਂ ਨੂੰ ਆਪਾਂ ਵਿਰਾਸਤ ਨਾਲ ਜੋੜੀਏ। ਤਾਂ ਜੇ ਮੰਨ ਲਓ, ਮੇਰਾ ਇਹ ਮੰਨਣਾ, ਪਤਾ ਨਹੀਂ ਮੈਂ ਇਸ ਗੱਲ ਦੇ ਵਿੱਚ ਸਹੀ ਹਾਂ ਜਾਂ ਗਲਤ, ਮੈਨੂੰ ਨਹੀਂ ਪਤਾ, ਮੇਰਾ ਇਹ ਮੰਨਣਾ ਵੀ ਜੇ ਮੰਨ ਲਓ ਮੇਰੇ ਵਰਗਾ ਕੋਈ ਕਮਲਾ ਇਹੋ ਜਿਹੀਆਂ ਚੀਜ਼ਾਂ ਨੂੰ, ਆਪਣੀ ਵਿਰਾਸਤ ਨੂੰ ਨਹੀਂ ਸਾਂਭੂਗਾ, ਕਿਉਂਕਿ ਸਰਕਾਰਾਂ ਨੇ ਤਾਂ ਸਾਂਭਣਾ ਨਹੀਂ, ਆਪਾਂ ਨੂੰ ਪਤਾ ਹੀ ਆ, ਇਹ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਨਹੀਂ ਬਚਣਾ। ਉਹਦੇ ਜਿਹੜੇ ਤੁਹਾਡਾ ਮਕਸਦ ਹੈ ਉਹਦੇ ਵੱਲ ਆਪਾਂ ਜ਼ਰੂਰ ਆਉਂਦੇ ਹਾਂ। ਪਹਿਲਾਂ ਉਹ ਜਿਹੜਾ ਪੱਤਿਆਂ ਦੇ ਉੱਤੇ ਲਿਖਿਆ ਹੋਇਆ ਗ੍ਰੰਥ ਸਾਹਿਬ ਹੈ, ਪਹਿਲਾਂ ਉਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਚਾਨਣ ਪਾ ਦਈਏ ਉਹਦੇ ਬਾਰੇ, ਕਿਉਂਕਿ ਉਹ ਵੀ ਬੜਾ ਉਤਸੁਕ ਭਰਿਆ ਹੈਗਾ ਕਿ ਇਹ ਕਿਵੇਂ ਹੋ ਸਕਦਾ, ਕਿਹੜੇ ਪੱਤੇ ਨੇ ਇਹ, ਕਿਹੜਾ ਗ੍ਰੰਥ ਹੈ, ਕਿਹੜੀ ਭਾਸ਼ਾ ਦੇ ਵਿੱਚ ਲਿਖਿਆ ਗਿਆ, ਇਹ ਵੀ ਜਿਹੜਾ ਦੱਸ ਦਿਓ ਜੀ। ਇਹ ਪੱਤਿਆਂ ਦੇ ਉੱਪਰ ਲਿਖੀ ਹੋਈ ਰਮਾਇਣ ਆ ਜੀ। ਇਹਦਾ ਜਿਹੜਾ ਪੀਰੀਅਡ ਆ ਲਗਭਗ 900 ਸਾਲ ਦਾ ਹੈਗਾ। ਪੱਤਿਆਂ ਦੇ ਉੱਪਰ ਲਿਖੀ ਹੋਈ ਤਾਮਿਲ ਭਾਸ਼ਾ ਦੇ ਵਿੱਚ ਰਮਾਇਣ ਆ। ਇਹ ਬਹੁਤ ਹੀ ਰੇਅਰ ਸਾਊਥ ਦੇ ਵਿੱਚੋਂ ਮੈਨੂੰ ਮਿਲੀ ਸੀ। ਅਤੇ ਮਤਲਬ ਕੋਸ਼ਿਸ਼ ਇਹ ਹੁੰਦੀ ਆ ਵੀ ਕਿਸੇ ਵੀ ਧਰਮ ਦਾ ਕੋਈ ਵੀ ਧਾਰਮਿਕ ਗ੍ਰੰਥ ਜਿਹੜਾ ਯੂਨੀਕ ਆ, ਆਪਣੇ ਇਤਿਹਾਸ ਨਾਲ ਸੰਬੰਧ ਰੱਖਦਾ, ਵੀ ਉਹ ਲੈ ਲਈਏ, ਚਾਹੇ ਉਹ ਆਪਣਾ ਆਪ ਵੇਚ ਕੇ ਲੈ ਲਈਏ, ਪਰ ਮੈਂ ਉਹਨੂੰ ਛੱਡਣਾ ਨਹੀਂ ਚਾਹੁੰਦਾ, ਕਿਉਂਕਿ ਇਹਨਾਂ ਚੀਜ਼ਾਂ ਨੇ ਖਰਾਬ ਹੋ ਜਾਣਾ ਅਤੇ ਆਉਣ ਵਾਲੀ ਨਸਲ ਵਾਸਤੇ ਕੁਝ ਬਚਣਾ ਨਹੀਂ ਹੈ। ਪਰਮਿੰਦਰ ਜੀ, ਸਾਂਭਦੇ ਕਿੱਦਾਂ ਹੋ? ਕਿਉਂਕਿ ਇੰਨੇ ਸਾਲ ਪੁਰਾਣਾ ਇਹ ਗ੍ਰੰਥ ਨੇ, ਇਹਨਾਂ ਨੂੰ ਸਾਂਭਣਾ ਕਿਹੜਾ ਸੌਖਾ ਪਿਆ, ਫਿਰ ਇਹਨੂੰ ਸਾਂਭਦੇ ਕਿੱਦਾਂ ਤੁਸੀਂ? ਬਿਲਕੁਲ ਜੀ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਡੀ ਜਾਣਕਾਰੀ ਹਿੱਤ, ਵੀ ਜਿਹੜਾ ਇਹ ਗ੍ਰੰਥ ਆ ਪੱਤਿਆਂ ਦੇ ਉੱਪਰ ਲਿਖਿਆ ਹੋਇਆ, ਇਹ ਤਾੜ ਦੇ ਪੱਤੇ ਨੇ ਜੀ। ਤਾੜ ਦਾ ਇੱਕ ਦਰਖਤ ਆ, ਪਾਮ ਲੀਫ ਕਹਿ ਦਿੰਦੇ ਆ ਉਹਨੂੰ ਆਪਾਂ। ਇਹ ਤਾੜ ਦਾ ਇੱਕ ਦਰਖਤ ਆ। ਤਾੜ ਦੇ ਪੱਤੇ ਜਿਹੜੇ ਨੇ, ਤਾੜ ਦੀ ਦਾਰੂ ਵੀ ਬਣਦੀ ਹੈ, ਤਾੜੀ, ਜਿਹਨੂੰ ਆਪਾਂ ਤਾੜੀ ਕਹਿ ਦਿੰਦੇ। ਇਹਦੇ ਜਿਹੜੇ ਪੱਤੇ ਨੇ ਕੌੜੇ ਹੁੰਦੇ ਨੇ ਜੀ, ਇਹਨੂੰ ਕੋਈ ਜਾਨਵਰ ਨਹੀਂ ਲੱਗਦਾ, ਅਤੇ ਉਹਦੇ ਕਰਕੇ ਇਹ ਮਤਲਬ ਅੱਜ ਤੱਕ ਇਹਨੂੰ ਕੁਛ ਨਹੀਂ ਹੋਇਆ। ਅਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਂਦੀ, ਕਿਉਂਕਿ ਇਹ ਪੱਤਿਆਂ ਦੇ ਉੱਪਰ ਜਿਹੜੇ ਤਾਂ ਹੀ ਲਿਖਿਆ ਜਾਂਦਾ ਸੀ, ਕਿਉਂਕਿ ਇਹ ਪੱਤੇ ਸਪੈਸ਼ਲੀ ਇਸੇ ਕਰਕੇ ਚੁਣੇ ਗਏ ਸੀ ਕਿਉਂਕਿ ਇਹਨੂੰ ਜਾਨਵਰ ਨਹੀਂ ਲੱਗਦਾ। ਅਤੇ ਸਾਰੇ ਅੱਜ ਤੱਕ ਉਵੇਂ ਦੇ ਉਵੇਂ ਮਤਲਬ ਬਿਲਕੁਲ ਸਹੀ ਸਲਾਮਤ ਪਏ ਨੇ ਜੀ।
ਬਾਕੀ ਰਹੀ ਗੱਲ ਕਾਗਜ਼ ਦੀ, ਕਾਗਜ਼ ਦੇਖੋ ਟਾਈਮ ਪੈ ਕੇ ਖਰਾਬ ਹੋ ਜਾਂਦਾ। ਕਾਗਜ਼ ਦੇ ਜਿਹੜੇ ਜਿਹੜੇ ਗ੍ਰੰਥ ਨੇ ਉਹਨਾਂ ਨੂੰ ਬਚਾਉਣ ਦੀ ਬਹੁਤ ਲੋੜ ਆ। ਸ਼ਸਤਰ ਕਿਹੜੇ ਕਿਹੜੇ ਨੇ ਪਰਮਿੰਦਰ ਜੀ, ਕਿਉਂਕਿ ਇਸ ਵੇਲੇ ਨਾ ਮੈਨੂੰ ਹੋਈ ਜਾ ਰਿਹਾ ਹੈਗਾ ਕਿ ਮੈਂ ਵੱਧ ਤੋਂ ਵੱਧ ਤੁਹਾਡੇ ਤੋਂ ਜਾਣਕਾਰੀ ਲੈ ਲਵਾਂ। ਸ਼ਸਤਰ ਕਿਹੜੇ ਕਿਹੜੇ ਨੇ, ਕਿਹੜੇ ਕਿਹੜੇ ਸਾਂਭੇ ਹੋਏ ਨੇ? ਜੀ, ਜਿਸ ਤਰ੍ਹਾਂ ਮਤਲਬ ਮੈਂ ਇਹ ਚੀਜ਼ਾਂ ਦੀ ਕਲੈਕਸ਼ਨ ਕੀਤੀ ਆ। ਮੇਰੇ ਕੋਲੇ ਜਿਹੜੇ ਪੁਰਾਤਨ ਜੰਗਾਂ ਦੇ ਵਿੱਚ ਵਰਤੇ ਜਾਣ ਵਾਲੇ ਹਥਿਆਰ ਸੀਗੇ ਉਹਦੀ ਵੀ ਮੈਂ ਕਲੈਕਸ਼ਨ ਕੀਤੀ ਆ ਜੀ। ਅਤੇ ਮੇਰੇ ਕੋਲੇ ਜਿਸ ਤਰ੍ਹਾਂ ਤੀਰ, ਤਲਵਾਰਾਂ, ਖੰਜਰ, ਕਟਾਰਾਂ, ਵਿਛੂਏ, ਨੇਜੇ, ਗੰਡਾਸੇ, ਚਾਕੂ, ਮਤਲਬ ਡਿਫਰੈਂਟ ਵੈਰਾਈਟੀ। ਜਿਵੇਂ ਲਗਭਗ ਮੇਰੇ ਕੋਲੇ 45 ਵੈਰਾਈਟੀ ਦੇ ਵਿੱਚ ਤੀਰਾਂ ਦੀ ਵੈਰਾਈਟੀ ਆ ਮੇਰੇ ਕੋਲੇ, ਜਿਹਦੇ ਵਿੱਚ ਜਿਹੜੇ ਲੋਹੇ ਦੇ ਟੋਪ ਪਾਏ ਹੁੰਦੇ ਸੀ ਉਹਨਾਂ ਨੂੰ ਪਾੜਨ ਵਾਲੇ ਤੀਰ, ਤਵੀਆਂ ਪਾੜਨ ਵਾਲੇ ਤੀਰ, ਛੋਟੇ ਜਾਨਵਰ ਵਾਲੇ ਤੀਰ, ਵੱਡੇ ਜਾਨਵਰ ਵਾਲੇ ਤੀਰ, ਅਤੇ ਇੱਥੋਂ ਤੱਕ ਕਿ ਇਹੋ ਜਿਹੇ ਵੀ ਤੀਰ ਮੇਰੇ ਕੋਲ ਹੈਗੇ ਨੇ ਜਿਹੜੇ ਤੀਰ ਜਦੋਂ ਆਪਣੇ ਕਹਿ ਲਓ ਵੀ ਦੁਸ਼ਮਣ ਦੇ ਕਿਲੇ ਦੇ ਅੰਦਰ ਬੰਦੇ ਨੇ ਵੜਨਾ ਹੁੰਦਾ ਸੀ, ਫੌਜ ਨੇ, ਆਪਾਂ ਕਿਲੇ ਦੇ ਦਰਵਾਜ਼ੇ ਨੂੰ ਉਡਾਉਣਾ, ਤਾਂ ਇੱਕ ਲੋਹੇ ਦੀ ਪਲੇਟ, ਉਹਦੇ ਉੱਪਰ ਕੱਪੜੇ ਦੇ ਉੱਪਰ ਬਰੂਦ ਲਾ ਕੇ, ਫਿਰ ਉਸ ਤੋਂ ਬਾਅਦ ਫਿਰ ਲੋਹੇ ਦੀ ਪਲੇਟ, ਯਾਨੀ 2 ਲੋਹੇ ਦੀਆਂ ਪਲੇਟਾਂ ਦੇ ਵਿਚਾਲੇ ਇੱਕ ਬਰੂਦ ਲਾ ਕੇ ਉਹ ਜਿਹੜੀ ਆ ਕਿਲੇ ਦੀ ਦੀਵਾਰ ਦੇ ਨਾਲ ਜਾ ਕੇ ਗੇਟ ਦੇ ਉੱਪਰ ਰੱਖੇ ਹੁੰਦੇ ਸੀਗੇ। ਅਤੇ ਜਦੋਂ ਉਹ ਨਿਸ਼ਾਨਾ ਲਾਉਂਦੇ ਸੀ, ਉਹ ਨਿਸ਼ਾਨਾ ਜਦੋਂ ਉੱਥੇ ਜਾ ਕੇ ਚੋਟ ਕਰਦਾ ਸੀ, ਦੋਨੇ ਪਲੇਟਾਂ ਨੂੰ ਐ ਟੱਚ ਕਰਦਾ ਸੀ, ਜਾਨੀ ਉੱਪਰ ਤੀਰ ਵੱਜਦਾ ਸੀ, ਹਥੌੜਾ ਟਾਈਪ, ਉਹ ਮੂਹਰੋਂ ਬਿਲਕੁਲ ਸਿੱਧਾ ਤੀਰ ਆ। ਜਿਹਨੂੰ ਆਪਾਂ ਜਿਵੇਂ ਤੀਰ ਸੋਚਦੇ ਹਾਂ, ਤੀਰ ਤਾਂ ਆਪਾਂ ਦਿਮਾਗ 'ਚ ਆਉਂਦਾ ਵੀ ਤਿੱਖਾ ਹੁੰਦਾ, ਪਰ ਉਹ ਹੈਮਰ ਤੀਰ ਕਹਿੰਦੇ ਆ ਉਹਨੂੰ, ਮੂਹਰੋਂ ਹਥੌੜੇ ਵਾਂਗੂ ਚਪਟਾ ਹੁੰਦਾ। ਉਹ ਜਦੋਂ ਜਾ ਕੇ ਚੋਟ ਕਰਦਾ ਸੀ, ਦੋਨੇ ਪਲੇਟਾਂ ਆਪਸ 'ਚ ਟਕਰਾਉਂਦੀਆਂ ਸੀ ਅਤੇ ਉਹ ਧਮਾਕਾ ਹੋ ਜਾਂਦਾ ਸੀਗਾ, ਅਤੇ ਉਹ ਜਿਹੜੀ ਦੁਸ਼ਮਣ ਦੀ ਜਿਹੜੀ ਫੌਜ ਆ ਉਹ ਅੰਦਰ ਐਂਟਰ ਹੋ ਜਾਂਦੀ ਸੀ। ਅਤੇ ਇਸ ਤਰ੍ਹਾਂ ਦੀ ਮਤਲਬ ਜਿਹੜੀ ਅਲੱਗ ਵੈਰਾਈਟੀ ਦੇ ਤੀਰ ਜਿਹੜੇ ਕਿ ਯਾਨੀ ਕਿ ਕਹਿ ਲਓ ਆਮ ਸੋਚ ਤੋਂ ਵੀ ਪਰੇ ਨੇ, ਉਹ ਜਿਹੇ ਮਤਲਬ ਵੈਰਾਈਟੀ ਕੋਸ਼ਿਸ਼ ਕੀਤੀ ਆ ਸਾਂਭਣ ਦੀ ਜੀ। ਹੁਣ ਪਰਮਿੰਦਰ ਜੀ ਗੱਲ ਆ ਜਾਈਏ ਕਿ ਮਕਸਦ ਕੀ ਹੈ, ਕਿਉਂਕਿ ਲੱਗਦਾ ਹੁੰਦਾ ਨਾ ਵੀ ਚਲੋ ਇਹ ਕਲੈਕਸ਼ਨ ਕਰ ਲਈ, ਸਿੱਕੇ ਰੱਖ ਲਏ, ਹੋਰ ਰੱਖ ਲਏ, ਵੀ ਕੋਈ ਨਾ ਕੋਈ ਮਨਸ਼ਾ ਹੋਏਗੀ, ਕਿਸੇ ਕੰਮ ਲਈ ਤਾਂ ਇਕੱਠੇ ਕੀਤੇ ਹੋਣਗੇ। ਕੀ ਮਨਸ਼ਾ ਕੀ ਹੈ ਤੁਹਾਡੀ, ਕੀ ਕਰਨਾ ਚਾਹੁੰਦੇ ਹੋ ਇਸ ਤੋਂ ਬਾਅਦ? ਮੈਂ ਜਿੰਨੀ ਵੀ ਮੇਰੇ ਕੋਲ ਕਲੈਕਸ਼ਨ ਹੈਗੀ ਆ, ਮਤਲਬ ਮੈਂ ਚਾਹੁੰਦਾ ਵੀ ਇੱਕ ਤਾਂ ਇਹ ਚੀਜ਼ਾਂ ਸਾਂਭੀਆਂ ਨੇ ਤਾਂ ਆਉਣ ਵਾਲੀ ਨਵੀਂ ਪੀੜ੍ਹੀ ਵਾਸਤੇ ਸਾਂਭੀਆਂ ਨੇ, ਤਾਂ ਕਿ ਬੱਚਿਆਂ ਨੂੰ ਆਪਣਾ ਇਤਿਹਾਸ ਦਿਖਾ ਸਕੀਏ। ਇੱਕ ਜਿਹੜਾ ਆ ਵੀ ਮੈਂ ਚਾਹੁੰਦਾ, ਮੇਰਾ ਇੱਕ ਸੁਪਨਾ ਆ ਵੀ ਇਹ ਜਿੰਨਾ ਵੀ ਮੇਰੇ ਕੋਲ ਸਿੱਕੇ ਪਏ ਨੇ, ਗ੍ਰੰਥ ਪਏ ਨੇ, ਹਥਿਆਰ ਪਏ ਨੇ, ਜਾਂ ਹੋਰ ਪੇਂਡੂ ਸੱਭਿਆਚਾਰ ਦੀਆਂ ਚੀਜ਼ਾਂ ਪਈਆਂ ਨੇ, ਯੂਨੀਕ ਆਈਟਮਾਂ ਪਈਆਂ ਨੇ, ਵੀ ਉਹਨਾਂ ਦਾ ਇੱਕ ਮਿਊਜ਼ੀਅਮ ਬਣਾਇਆ ਜਾਵੇ, ਜਿਹਦੇ ਵਿੱਚ ਉਹ ਮਿਊਜ਼ੀਅਮ ਦੇ ਵਿੱਚ ਕਹਿ ਲਓ ਸਾਰੀਆਂ ਚੀਜ਼ਾਂ ਬਹੁਤ ਹੀ ਵਧੀਆ ਢੰਗ ਨਾਲ ਡਿਸਪਲੇ ਹੋਣ, ਬਕਾਇਦਾ ਕੈਮਰੇ ਲੱਗਣ, ਲੋਕ ਦੂਰੋਂ ਆ ਕੇ ਉਹਨਾਂ ਚੀਜ਼ਾਂ ਨੂੰ ਦੇਖਣ, ਆਪਣੇ ਇਤਿਹਾਸ ਤੋਂ ਜਾਣੂ ਹੋਣ, ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਮਨ ਦੇ ਵਿੱਚ ਫੁਰਨਾ ਆ ਵੀ ਉਹਨਾਂ ਨੂੰ ਆਪਣੇ ਜੜ੍ਹਾਂ ਨਾਲ ਜੋੜ ਦਈਏ। ਪੇਸ਼ੇ ਤੋਂ ਤੁਸੀਂ ਤਰਖਾਣ ਦਾ ਕੰਮ ਕਰਦੇ ਹੋ, ਲੱਖਾਂ ਰੁਪਏ ਤੁਸੀਂ ਇਹ ਖਜ਼ਾਨੇ ਨੂੰ ਇਕੱਠਾ ਕਰਨ 'ਚ ਲਾ ਦਿੱਤਾ ਪੂਰੇ ਇੰਡੀਆ ਦੇ ਵਿੱਚੋਂ, ਜਿੱਥੇ ਵੀ ਤੁਹਾਨੂੰ ਪਤਾ ਲੱਗਦਾ ਤੁਸੀਂ ਇਹ ਕਲੈਕਸ਼ਨ ਇਕੱਠੀ ਕਰਨ ਲਈ ਪਹੁੰਚ ਜਾਂਦੇ ਹੋ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਨਾਲ ਜੋੜਨਾ, ਉਹਨਾਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਾਉਣਾ, ਤੁਹਾਨੂੰ ਨਹੀਂ ਲੱਗਦਾ ਕਿ ਯਾਰ ਇਸ ਦਾ ਅਲਟਰਨੇਟਿਵ ਸੋਚਿਆ ਜਾ ਸਕਦਾ ਸੀਗਾ ਵੀ ਯਾਰ, ਕਿਉਂਕਿ ਪਰਿਵਾਰਕ ਹੁੰਦਾ ਹੈਗਾ, ਪਰਿਵਾਰ ਕਹਿੰਦੇ ਨੇ ਵੀ ਇਹ ਸਾਡਾ ਇੰਨੀ ਕੋਈ ਹੈ ਨਹੀਂ, ਕਿ ਕੋਈ ਸੰਸਥਾ ਨਹੀਂ ਹੈਗੀ, ਕੋਈ ਇੰਸਟੀਟਿਊਸ਼ਨ ਨਹੀਂ ਹੈਗਾ, ਸਾਨੂੰ ਕੋਈ ਪਿੱਛੋਂ ਬੈਕ ਨਹੀਂ, ਸਪੋਰਟ ਹੈਗੀ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡਾ ਇਹ ਕਦਮ ਬਿਲਕੁਲ ਸਹੀ ਸੀਗਾ? ਦੇਖੋ ਮੇਰੀ ਆਪਣੀ ਸਮਝ ਦੇ ਮੁਤਾਬਕ ਤਾਂ ਇਸ ਟਾਈਮ ਮੈਂ ਬਿਲਕੁਲ ਸਹੀ ਹਾਂ। ਵੀ ਮੇਰਾ ਮੇਨ ਤਾਂ ਵੀ ਜੇ ਮੰਨ ਲਓ, ਦੇਖੋ ਸਿੱਕਾ ਆ, ਜੇ ਅੱਜ ਸਿੱਕਾ ਮੰਨ ਲਓ ਕਿਤੋਂ ਨਿਕਲਦਾ ਆ, ਮੰਨ ਲਓ ਕਿਸੇ ਹਵੇਲੀ 'ਚੋਂ ਨਿਕਲਿਆ, ਕਿਤੇ ਖੁਦਾਈ 'ਚੋਂ ਨਿਕਲਿਆ, ਮੰਨ ਲਓ ਕਿਤੋਂ ਵੀ ਨਿਕਲਿਆ ਆ, ਉਹ ਸਿੱਕਾ ਜਾਣਾ ਕਿੱਥੇ ਆ ਵੱਧ ਤੋਂ ਵੱਧ? ਜਿਵੇਂ ਕਹਿੰਦੇ ਮੁੱਲਾਂ ਦੀ ਦੌੜ ਮਸੀਤ ਤੱਕ, ਵੱਧ ਤੋਂ ਵੱਧ ਕਿੱਥੇ ਜਾਊਗਾ? ਸੁਨਿਆਰੇ ਕੋਲ ਜਾਊਗਾ ਜੀ, ਸੋਨੇ ਚਾਂਦੀ ਦਾ ਸਿੱਕਾ, ਇਦੋਂ ਅੱਗੇ ਤਾਂ ਨਹੀਂ ਜਾਂਦਾ। ਦੇਖੋ ਜੇ ਸੁਨਿਆਰੇ ਕੋਲ ਜਾਂਦਾ ਤਾਂ ਮੈਲਟ ਹੋ ਜਾਊਗਾ, ਉਹ ਸਿੱਕਾ ਨਹੀਂ ਮੈਲਟ ਹੋਇਆ, ਆਪਣਾ ਇਤਿਹਾਸ ਮੈਲਟ ਹੋਇਆ। ਗ੍ਰੰਥਾਂ ਦੀ ਗੱਲ ਕਰੀਏ, ਲੋਕ ਰੱਦੀਆਂ 'ਚ ਵੇਚ ਰਹੇ ਨੇ। ਸਹੀ ਗੱਲ ਹੈ। ਹਾਂ ਬਿਲਕੁਲ। ਮੈਂ ਇੱਕ ਗ੍ਰੰਥ, 10ਵਾਂ ਗ੍ਰੰਥ ਇਹਦੇ ਬਾਰੇ ਦਿਖਾਉਣਾ ਚਾਹੁੰਦਾ। ਮੈਂ ਇਹ ਗ੍ਰੰਥ ਜਿਹੜਾ ਆ, ਮੇਰੇ ਕੋਲ, ਕਿਉਂਕਿ ਦੇਖੋ ਕਬਾੜੀਆਂ ਤੋਂ ਮੈਂ ਬਹੁਤ ਚੀਜ਼ਾਂ ਲੈਂਦਾ, ਜਿਸ ਤਰ੍ਹਾਂ ਬੱਟੇ ਨੇ, ਪੁਰਾਣੇ ਸ਼ੇਰ ਬੱਟੇ ਨੇ, ਜਾਂ ਹੋਰ ਚੀਜ਼ਾਂ। ਅਤੇ ਮੈਂ ਇੱਕ ਬੰਦੇ ਨੇ ਮੈਨੂੰ ਫ਼ੋਨ ਕੀਤਾ, ਕਹਿੰਦਾ ਭਾਈ ਸਾਹਿਬ ਬਾਟ ਆ ਗਏ ਹੈ, ਲੈ ਜਾਓ। ਭਈਆ ਸੀਗਾ। ਮੈਂ ਜਦੋਂ ਉੱਥੇ ਗਿਆ ਤਾਂ ਉੱਥੇ ਦੇਖਿਆ ਵੀ ਪੁਰਾਣੀਆਂ ਕਿਤਾਬਾਂ, ਬਹੁਤ ਕੁਛ ਪਿਆ ਸੀ। ਉਹ ਬੰਦਾ ਕਿਸੇ ਦੇ ਘਰੋਂ, ਅੱਜ ਤੋਂ ਕਾਫੀ ਪੁਰਾਣੀ ਗੱਲ ਆ, ਉਹ ਬੰਦਾ ਦੇਖੋ ਗ੍ਰੰਥ ਲੈ ਕੇ ਆਇਆ। ਦੇਖੋ ਗ੍ਰੰਥ ਦੇ ਵਿੱਚ ਗਲੀਆਂ ਵੀ ਨੇ ਬਕਾਇਦਾ, ਇਹਦੇ 'ਚ ਸੁਰਾਖ ਹੋਏ ਨੇ, ਜਾਨਵਰ ਲੱਗਿਆ ਹੋਇਆ, ਇਹ ਹੱਥ ਲਿਖਤ 10ਵਾਂ ਗ੍ਰੰਥ ਆ। ਹੁਣ ਦੇਖੋ ਵੀ ਜਦੋਂ ਮੇਰੀ ਉੱਥੇ ਨਿਗਾਹ ਪਈ, ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਆ ਕਿੱਥੋਂ ਲਿਆਇਆ? ਕਹਿੰਦਾ ਇਹ ਗਾँव ਸੇ ਮਿਲ ਗਿਆ, ਕਹਿੰਦਾ ਬਾਬੂ ਜੀ ਲੈ ਜਾਓ ਆਪਕੇ ਕਾਮ ਕਾ। ਮੈਂ ਕਾਫੀ ਜਿਹੜੇ ਮੇਰੇ ਮਨ ਦੇ ਵਿੱਚ ਜੋ ਮੈਨੂੰ ਵਧੀਆ ਲੱਗੇ, ਮੈਂ ਗ੍ਰੰਥ ਚੱਕ ਲਿਆ। ਮੈਂ ਕਹਿੰਦਾ ਵੀ ਇੰਨਾ ਦੁੱਖ ਲੱਗਦਾ
ਵੀ ਜਿਹੜਾ ਆਪਣੇ ਇਤਿਹਾਸ ਦਾ ਸਾਰਿਆਂ ਨਾਲੋਂ ਵੱਡਾ ਮਤਲਬ ਅਹਿਮ ਚੀਜ਼ਾਂ ਨੇ, ਬਹੁਤ ਵਧੀਆ ਮਤਲਬ ਕਹਿੰਦੇ ਆਪਾਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ, ਲੋਕ ਉਹਨਾਂ ਨੂੰ ਰੱਦੀ 'ਚ ਵੇਚ ਰਹੇ ਨੇ, ਮਨ ਨੂੰ ਬੜੀ ਤਕਲੀਫ ਹੁੰਦੀ ਹੈ। ਮੈਂ ਹੱਥ ਬੰਨ੍ਹ ਕੇ ਤੁਹਾਡੇ ਮਤਲਬ ਜਰੀਏ, ਪ੍ਰਾਈਮ ਏਸ਼ੀਆ ਦੇ ਜਰੀਏ ਮੈਂ ਬੇਨਤੀ ਇਹੀ ਕਰਦਾ ਸਾਰਿਆਂ ਨੂੰ ਵੀ ਜੇ ਮੰਨ ਲਓ ਕਿਸੇ ਕੋਲੇ ਕੋਈ ਗ੍ਰੰਥ ਪਏ ਨੇ, ਕੋਈ ਸਿੱਕੇ ਪਏ ਨੇ, ਕੋਈ ਪੇਂਡੂ ਸੱਭਿਆਚਾਰ ਦੀ ਚੀਜ਼ ਪਈ ਆ, ਕੋਈ ਸ਼ਾਸਤਰ ਪਿਆ, ਮੈਂ ਇਹੀ ਕਹਿਣਾ ਚਾਹੁੰਦਾ ਵੀ ਉਹਨੂੰ ਸਿੱਟੋ ਨਾ, ਉਹਨੂੰ ਰੱਦੀ 'ਚ ਨਾ ਵੇਚੋ, ਆਪਣਾ ਇਤਿਹਾਸ ਆ। ਵੀ ਜੇ ਥੋਤੋਂ ਨਹੀਂ ਸਾਂਭ ਹੁੰਦਾ ਤਾਂ ਮੇਰੇ ਨਾਲ ਕੰਟੈਕਟ ਕਰੋ। ਮੇਰਾ ਨੰਬਰ ਮੈਂ ਦੇ ਦਿੰਦਾ 98148 10794 ਮੇਰਾ ਨੰਬਰ ਆ। ਮੈਨੂੰ ਫੋਨ ਕਰਕੇ ਤੁਸੀਂ ਮਤਲਬ ਮੈਨੂੰ ਕੰਟੈਕਟ ਕਰਕੇ ਜੋ ਉਹਦਾ ਵਾਜਬ ਮੁੱਲ ਮਿਲਦਾ, ਚਾਹੇ ਆਪਣਾ ਆਪ ਵੇਚ ਕੇ ਮੈਂ ਮਤਲਬ ਉਹ ਚੀਜ਼ਾਂ ਲਵਾਂ, ਮੈਂ ਉਹਦਾ ਜੋ ਵਾਜਬ ਮੁੱਲ ਮਿਲਦਾ ਤੁਹਾਨੂੰ ਦੇਣਾ ਹੋਊਗਾ ਉਹ ਮੈਂ ਦਊਂਗਾ। ਕਿਤੇ ਕੱਲ ਨੂੰ ਇਹ ਤਾਂ ਨਹੀਂ ਹੈਗਾ ਕਿ ਅੱਜ ਤੁਸੀਂ ਇਕੱਠੇ ਕਰ ਲਓ, ਬਾਅਦ ਦੇ ਵਿੱਚ ਕੱਲ ਨੂੰ ਕਿਸੇ ਨੂੰ ਮਹਿੰਗੇ ਮੁੱਲ ਤੇ ਵੇਚ ਦਿਓ? ਦੇਖੋ ਜੀ 28 ਸਾਲ ਹੋ ਗਏ ਇਕੱਠੇ ਕਰਦਿਆਂ ਨੂੰ, ਅੱਜ ਤੱਕ ਨਹੀਂ ਵੇਚੇ। ਤਾਂ ਹੁਣ ਮਤਲਬ ਦੇਖੋ ਮੈਂ ਆਪਣੀ ਗਾਰੰਟੀ ਲੈਣਾ ਜੀ, ਜਿੰਨਾ ਤੱਕ ਮੇਰੀ ਜ਼ਿੰਦਗੀ ਆ, ਸਾਹ ਚੱਲਦੇ ਨੇ, ਉਹਨਾਂ ਚਿਰ ਦੇਖੋ ਮੈਂ ਇਹਨੂੰ ਸਾਂਭੂਗਾ। ਦੇਖੋ ਆਉਣ ਵਾਲੇ ਟਾਈਮ 'ਚ ਬੱਚੇ ਵੀ ਮੇਰੇ ਪੂਰੇ ਸ਼ੌਕੀਨ ਨੇ, ਬੱਚੇ ਵੀ ਇਸ ਚੀਜ਼ ਨੂੰ ਪੂਰਾ ਲਾਈਕ ਕਰਦੇ ਨੇ ਮੇਰੇ ਨਾਲ, ਜਿੱਥੇ ਵੀ ਮੈਂ ਐਗਜੀਬਿਸ਼ਨ ਲੱਗਦੀਆਂ ਨੇ, ਕਿਉਂਕਿ ਮੈਂ ਤੁਹਾਨੂੰ ਆਫ ਦਾ ਕੈਮਰਾ ਤੁਹਾਨੂੰ ਮੈਂ ਦੱਸਿਆ ਸੀ ਵੀ ਹੁਣ ਤੱਕ ਮੈਂ 184 ਐਗਜੀਬਿਸ਼ਨ ਲਾ ਚੁੱਕਿਆ ਪੂਰੇ ਇੰਡੀਆ ਦੇ ਵਿੱਚ। ਪੂਰੇ ਇੰਡੀਆ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਇੰਡੀਆ ਲੈਵਲ 'ਤੇ 5 ਅਵਾਰਡ ਵੀ ਮਿਲ ਚੁੱਕੇ ਨੇ, ਇੰਟਰਨੈਸ਼ਨਲ ਲੈਵਲ 'ਤੇ 1 ਅਵਾਰਡ ਮਿਲ ਚੁੱਕਿਆ। ਅਤੇ ਦੇਖੋ ਮੈਂ ਆਪਣੇ ਲੈਵਲ 'ਤੇ ਤਾਂ ਲੱਗਿਆ ਹੋਇਆ, ਬੱਚੇ ਵੀ ਲੱਗੇ ਨੇ। ਇਹਨਾਂ ਤੋਂ ਬਾਅਦ ਕੋਈ ਵੇਚ ਦੇਵੇ ਤਾਂ ਅਲੱਗ ਗੱਲ ਆ, ਜਿਹਨੂੰ ਨਾ ਸਮਝ ਹੋਊਗੀ, ਜਿਹਦਾ ਇੰਟਰਸਟ ਨਹੀਂ। ਹੋ ਸਕਦਾ ਵੀ ਕਿਸੇ ਘਰ ਦੇ ਵਿੱਚ ਵੀ ਕੋਈ ਅੱਗੇ ਨਾ ਹੋਵੇ ਇੰਟਰਸਟ। ਦੇਖੋ ਮੈਨੂੰ ਵੀ ਪੂਰਾ ਆ ਮਤਲਬ ਸ਼ੌਂਕ ਆ, ਮੇਰੇ ਬੱਚਿਆਂ ਨੂੰ ਵੀ, ਇੱਥੋਂ ਤੱਕ ਕਿ ਮੇਰੀ ਕੁੜੀ ਨੂੰ ਵੀ। ਮੈਂ ਜਿੰਨੀਆਂ ਵੀ ਚੀਜ਼ਾਂ, ਕੋਈ ਵੀ ਚੀਜ਼ ਲੈਣਾ ਤਾਂ ਕੋਸ਼ਿਸ਼ ਕਰਦਾ ਹੁੰਦਾ ਵੀ ਜੇ ਮੰਨ ਲਓ 1 ਰਾਜੇ ਦੇ ਸਿੱਕੇ 2 ਮਿਲਦੇ ਆ ਤਾਂ 2 ਲਊਂਗਾ, ਤਾਂ ਕਿ 1 ਮੁੰਡੇ ਨੂੰ ਕਲੈਕਸ਼ਨ ਦੇ ਸਕਾਂ, 1 ਕੁੜੀ ਨੂੰ ਦੇ ਸਕਾਂ। ਮੈਂ ਮਤਲਬ ਆਪਣਾ ਮੇਨ ਮਕਸਦ ਆ ਵੀ ਇਹਨੂੰ ਆਪਣੇ ਇਤਿਹਾਸ ਨੂੰ ਸਾਂਭਣਾ। ਜੀ ਤੁਸੀਂ ਥੋੜੇ ਟਾਈਮ ਪਹਿਲਾਂ ਇੱਕ ਸ਼ਬਦ ਵਰਤਿਆ ਕਿ ਕਮਲਾ ਹੋ ਕੇ ਮੈਂ ਲੱਗਿਆ ਹੋਇਆ, ਇਹ ਸ਼ਬਦ ਕਿਉਂ ਵਰਤ ਰਹੇ ਹੋ ਮੁੜ ਕੇ ਫਿਰ? ਗੱਲ ਇਹ ਆ ਜੀ ਵੀ ਕਮਲੇ ਹੋਣ ਤੋਂ ਬਿਨਾਂ, ਜਨੂਨ ਤੋਂ ਬਿਨਾਂ ਕੋਈ ਚੀਜ਼ ਨਹੀਂ ਲੈ ਸਕਦੇ ਆਪਾਂ ਵੈਸੀ ਗੱਲ ਕਰਦੇ ਹਾਂ। ਹੁਣ ਘਰੇ ਮੰਨ ਲਓ ਪੋਜੀਸ਼ਨ ਟਾਈਟ ਹੋਵੇ, ਉੱਧਰੋਂ ਬੱਚਿਆਂ ਦੀ ਫੀਸ ਭਰਾਉਣੀ ਹੋਵੇ, ਉੱਧਰੋਂ ਮੰਨ ਲਓ ਕੋਈ ਘਰੇਲੂ ਕੋਈ ਖਰਚਾ ਖੜਾ ਹੋਵੇ, ਅਤੇ ਉਦੋਂ ਬਾਅਦ ਸਿੱਕਿਆਂ ਵਾਲੇ ਦਾ ਫੋਨ ਆ ਜਾਵੇ ਵੀ ਭਾਈ ਸਾਹਿਬ ਸਿੱਕੇ ਪੜੇ ਆ, ਲੈਣੇ ਆ। ਕਿਉਂਕਿ ਦੇਖੋ ਆਲ ਓਵਰ ਇੰਡੀਆ ਦੇ ਵਿੱਚ ਮੇਰਾ ਲਿੰਕ ਆ, ਤਾਂ ਹਿੰਦੀ 'ਚ ਹੀ ਗੱਲ ਕਰਨਗੇ, ਉਹੀ ਸਟਾਈਲ 'ਚ ਮੈਂ ਤੁਹਾਨੂੰ ਦੱਸਿਆ ਵੀ। ਹੁਣ ਜਦੋਂ ਇੰਨੀ ਗੱਲ ਕੰਨਾਂ 'ਚ ਪੈਂਦੀ ਆ ਤਾਂ ਫਿਰ ਰਿਹਾ ਨਹੀਂ ਜਾਂਦਾ ਜੀ। ਫਿਰ ਪੈਸਿਆਂ ਦਾ ਜੁਗਾੜ ਕਿੱਦਾਂ ਕਰਦੇ ਹੋ? ਪੈਸਿਆਂ ਦਾ ਜੁਗਾੜ ਤਾਂ ਇਹ ਆ ਜੀ ਵੀ ਜਿੰਨੇ ਵੀ ਮੈਂ ਕੰਮ ਕਰਦਾ, ਮੇਰਾ ਲੱਕੜੀ ਦਾ ਕੰਮ ਆ, ਮੇਰੇ 2 ਵਰਕਰ ਰੱਖੇ ਨੇ, ਅਤੇ ਜਿਹੜਾ ਮਾਲਕਾਂ ਤੋਂ ਕਦੇ ਐਡਵਾਂਸ ਲੈ ਲਿਆ, ਜਾਂ ਮੰਨ ਲਓ ਆਪਣੇ ਆਪ ਟਾਈਟ ਹੋ ਗਿਆ, ਜਾਂ ਜਿਹੜੀਆਂ ਰਾਤਾਂ ਲਾਉਣਾ ਮੈਂ, ਓਵਰ ਟਾਈਮ ਲਾਉਣਾ, ਓਵਰ ਟਾਈਮ ਦੇ ਜਿੰਨੇ ਵੀ ਪੈਸੇ ਨੇ ਮੈਂ ਮੰਨ ਲਓ ਘਰੇ ਨਹੀਂ ਵਰਤਦਾ, ਉਹ ਸਾਰੇ ਮੈਂ ਆਪਣੇ ਕਲੈਕਸ਼ਨ 'ਚ ਲਾਉਣਾ। ਅਤੇ ਬਾਕੀ ਰਹੀ ਗੱਲ, ਮੇਰੇ ਕੋਲ ਅਹਿਮਦਗੜ੍ਹ ਦੀਆਂ 3-4 ਸ਼ਖਸੀਅਤਾਂ ਨੇ ਜਿਹੜੀਆਂ ਕਿ ਬਹੁਤ ਹੀ ਮਤਲਬ ਮੈਨੂੰ ਸਪੋਰਟ ਕਰਦੀਆਂ ਨੇ, ਅਤੇ ਉਹਨਾਂ ਨੂੰ ਜਦੋਂ ਕਦੇ ਦੱਸੀ ਦਾ, ਕਦੇ ਕੋਈ ਮੰਨ ਲਓ ਪ੍ਰੋਬਲਮ ਆਉਂਦੀ ਹੈ, ਮਨੀ ਪ੍ਰੋਬਲਮ, ਵੀ ਆਪਾਂ ਲੈਣੀ ਆ ਚੀਜ਼ ਵੀ ਪਰ ਪੈਸੇ ਨਹੀਂ ਹੈਗੇ ਜਾਂ ਘੱਟ ਨੇ, ਫਿਰ ਉਹਨਾਂ ਨੂੰ ਮਿਹਨਤ ਕਰ ਲਈਦੀ ਆ ਵੀ ਵੀਰ ਜੀ ਮੈਨੂੰ ਵੀ ਐਂ ਕਰਕੇ ਇੰਨੀ ਚੀਜ਼ ਲੈਣੀ ਆ, ਲੈ ਇੰਨੇ ਰੁਪਏ। ਸਭ ਤੋਂ ਮਹਿੰਗੀ ਚੀਜ਼ ਜੇ ਮੈਂ ਨਾ ਉਹ ਤੋਂ ਪੁੱਛਾਂ, ਸਭ ਤੋਂ ਮਹਿੰਗੀ ਚੀਜ਼ ਕਿਹੜੀ ਖਰੀਦੀ ਸੀ ਤੁਸੀਂ? ਸਭ ਤੋਂ ਮਹਿੰਗੀ ਤਾਂ ਐਂ ਆ ਜੀ ਵੀ ਸਾਰੀਆਂ ਹੀ ਮਹਿੰਗੀਆਂ ਨੇ, ਪਰ ਐਂ ਆ ਵੀ ਜਿਵੇਂ ਕਹਿ ਲਓ ਵੀ ਪੱਤਿਆਂ ਦੇ ਉੱਪਰ ਲਿਖੀ ਹੋਈ ਜਿਹੜੀ ਰਾਮਾਇਣ ਆ ਉਹ ਵੀ ਮਹਿੰਗੀ ਆ। ਜਿਵੇਂ ਇਹ ਆਪਣੀ ਕੁਰਾਨ ਆ ਗਈ 2 ਵਰਲਡ ਵਾਰ ਵੇਲੇ ਦੀ, ਇਹ ਵੀ ਕਾਫੀ ਮਤਲਬ ਕੋਈ ਅੰਦਾਜ਼ਾ ਤਾਂ ਦੱਸ ਦਿਓ। ਹੁਣ ਦੇਖੋ ਤੁਸੀਂ, ਇਹ ਛੋਟੀ ਜੀ ਕੁਰਾਨ ਮੈਂ 10,000 ਰੁਪਏ 'ਚ ਲਿੱਤੀ ਹੈ ਜੀ, ਠੀਕ ਹੈ ਨਾ। ਹੁਣ ਸਿੱਕੇ ਨੇ, ਹੁਣ ਗੋਲਡ ਕੋਇਨ ਨੇ, ਹੁਣ ਦੇਖੋ ਗੋਲਡ ਕੋਇਨ ਗੋਲਡ ਦੇ ਭਾਅ ਤੋਂ ਵੱਧ ਹੀ ਮਿਲਣਗੇ, ਘੱਟ ਨਹੀਂ ਮਿਲਦੇ। ਹੁਣ ਇਹ ਚੀਜ਼ਾਂ ਦੇਖੋ 50-50 ਹਜ਼ਾਰ ਰੁਪਏ ਦਾ ਵੀ ਕੋਇਨ ਲਿੱਤਾ, ਠੀਕ ਹੈ ਜੀ। ਹੁਣ ਗ੍ਰੰਥ ਲਿੱਤਾ ਸੀਗਾ, ਤੁਸੀਂ ਦੇਖ ਰਹੇ ਹੋ 16 ਇੰਚ ਬਾਈ 16 ਇੰਚ ਦੇ ਪੱਤਰੇ ਨੇ ਉਹਦੇ, 1800 ਪੇਜ ਹੱਥ ਲਿਖਤਾ। ਹੁਣ ਇੱਕ ਬੰਦੇ ਦੀ 1800 ਪੇਜ ਨੂੰ ਪਹਿਲਾਂ ਬਣਾਉਣਾ, ਫਿਰ ਉਹਦੀ ਸਿਹਾਈ ਤਿਆਰ ਕਰਨੀ, ਫਿਰ ਉਹਨੂੰ 1800 ਪੇਜ ਨੂੰ ਲਿਖਣਾ, ਉਹਦੀ ਪੂਰੀ ਜ਼ਿੰਦਗੀ ਲੱਗ ਗਈ ਹੋਊ। ਇਹ ਵੀ ਮੈਂ ਮਹਿੰਗਾ ਲਿੱਤਾ। ਮਤਲਬ ਗੱਲ ਤਾਂ ਇਹ ਆ ਵੀ ਇੱਕ ਕਿਸ ਬੰਦੇ ਕੋਲੇ ਪਈ ਆ ਚੀਜ਼, ਉਹਦੀ ਉਹ ਇੱਕ ਕਿਹੜੇ ਮਤਲਬ ਰੂਪ 'ਚ ਦੇਣਾ ਚਾਹੁੰਦਾ, ਉਹ ਆਪਾਂ ਨੂੰ ਐਜ ਪਰ ਵੀ ਹਾਂ ਵੀ ਮੈਂ ਨਹੀਂ ਸੰਭਾਲ ਸਕਦਾ ਜੀ, ਤੁਸੀਂ ਰੱਖ ਲਓ।
ਵੀ ਐਵੇਂ ਦੇਣਾ ਚਾਹੁੰਦਾ, ਜਾਂ ਮੰਨ ਲਓ ਉਹ ਇੱਕ ਵਪਾਰੀ ਬੰਦਾ ਆ ਜਾਂ ਉਹ ਬਿਜ਼ਨਸ ਮਾਈਂਡਡ ਆ ਵੀ ਮੈਂ ਤਾਂ ਜੀ ਇੰਨੇ ਪੈਸੇ ਲਊਂ ਤਾਂ ਦਊਂ। ਮਤਲਬ ਉਹ ਡਿਪੈਂਡ ਕਰਦਾ ਵੀ ਮਤਲਬ ਬੰਦਾ ਕੀ ਮੈਂ ਕਈ ਵਾਰੀ ਸੁਣਿਆ ਜਿਹੜੇ ਕਲੈਕਸ਼ਨ ਕਰਦੇ ਨੇ ਇਦਾਂ, ਚਾਹੇ ਉਹ ਪੁਰਾਣੇ ਸੱਭਿਆਚਾਰ ਦੀ ਚੀਜ਼ਾਂ ਹੋਣ, ਤਾਂ ਉਹ ਕਹਿੰਦੇ ਨੇ ਕਿ ਲੋਕ ਵੱਧ ਚੜ ਕੇ ਮੂੰਹ ਬੋਲ ਕੇ ਰੇਟ ਮੰਗਦੇ ਨੇ ਕਿ ਇੰਨਾ ਰੇਟ ਦਿਓ, ਨਹੀਂ ਤਾਂ ਕਈ ਵਾਰ ਚੀਜ਼ ਛੱਡ ਕੇ ਆਉਣੀ ਪੈ ਜਾਂਦੀ ਹੈ, ਰੇਟ ਨਹੀਂ ਬਣਦਾ। ਬਿਲਕੁਲ ਸਹੀ ਗੱਲ ਆ ਜੀ, ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਕਹਿ ਲਈਏ ਗੂਗਲ ਦੇ ਜ਼ਰੀਏ ਲੋਕ ਬਹੁਤ ਜਾਗਰੂਕ ਹੋ ਗਏ ਜਾਂ ਲੋਕਾਂ ਨੂੰ ਨੌਲੇਜ ਬਹੁਤ ਹੋ ਗਈ। ਪਰ ਉਹਦੇ ਨਾਲ ਕੁਝ ਚੀਜ਼ਾਂ ਇਹ ਵੀ ਆਪਾਂ ਨਾਲ ਜੋੜ ਲੈਂਦੇ ਹਾਂ ਵੀ ਉਹਨਾਂ ਨੇ ਇੱਕ 20-50 ਰੁਪਏ ਦੀ ਚੀਜ਼ ਨੂੰ ਮਤਲਬ 10 ਲੱਖ ਦਾ ਵੀ ਬਣਾਤਾ। ਹੁਣ ਜਿਵੇਂ ਇੱਕ ਟੋਕਨ ਆਉਂਦੇ ਆ, ਇੱਕ ਪਾਸੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਹੁੰਦੀ ਹੈ, ਪਿੱਛੇ ਬਾਲਾ ਮਰਦਾਨਾ ਦੀ ਹੁੰਦੀ ਆ। ਹੁਣ ਉਹਨੂੰ ਅਸੀਂ ਕਹਿੰਦੇ ਆ ਬਲੈਸਿੰਗ ਟੋਕਨ, ਕਿਉਂਕਿ ਉਹ ਜਿਹੜੇ ਟੋਕਨ ਆ ਉਹ ਤਾਂ ਬਣਦੇ ਸੀਗੇ ਪਹਿਲੇ ਟਾਈਮਾਂ ਦੇ ਵਿੱਚ, ਜਾਣੀ 100 150 200 ਸਾਲ ਪਹਿਲਾਂ, ਵੀ ਜੇ ਮੰਨ ਲਓ ਕਿਸੇ ਦੀ ਕੋਈ ਇੱਛਾ ਪੂਰੀ ਹੋ ਗਈ, ਮੰਨ ਲਓ ਸਿੱਖ ਧਰਮ ਨਾਲ ਸੰਬੰਧ ਰੱਖਦਾ, ਉਹ ਗੁਰੂ ਨਾਨਕ ਸਾਹਿਬ ਦੀ ਫੋਟੋ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵਾਲੇ ਸਿੱਕਾ ਟਾਈਪ ਉੱਥੇ ਲੋਕਲ ਸੁਨਿਆਰੇ ਤੋਂ ਬਣਾ ਕੇ ਉਹ ਗੁਰਦੁਆਰਾ ਸਾਹਿਬ ਚੜਾਇਆ ਹੁੰਦਾ ਸੀ ਵੀ ਬਹੁਤ ਧੰਨਵਾਦ ਵੀ ਮੇਰੀ ਇੱਛਾ ਪੂਰੀ ਹੋ ਗਈ। ਉਹ ਜਿਹੜਾ ਜਦੋਂ ਉੱਥੇ ਹੋਰ ਸੰਗਤ ਜਾਂਦੀ ਸੀ ਮੱਥਾ ਟੇਕਣ, ਉਹ ਪ੍ਰਸ਼ਾਦ ਦੇ ਨਾਲ ਇੱਕ ਸਿੱਕਾ ਮਤਲਬ ਹਰੇਕ ਨੂੰ ਦੇ ਦਿੰਦੇ ਸੀ ਗੁਰੂ ਨਾਨਕ ਸਾਹਿਬ ਦੀ ਫੋਟੋ। ਉਹ ਜਦੋਂ ਹੁਣ ਤੁਹਾਨੂੰ ਜਾਂ ਮੈਨੂੰ ਇੱਕ ਸਿੱਕਾ ਮਿਲਿਆ ਉਹ ਪ੍ਰਸ਼ਾਦ ਦੇ ਨਾਲ, ਮੈਂ ਕਹੂੰਗਾ ਮੈਨੂੰ ਗੁਰੂ ਘਰ ਚੋਂ ਮਿਲਿਆ, ਮੈਂ ਉਹਨੂੰ ਸਾਂਭ ਕੇ ਰੱਖੂੰਗਾ। ਉਹਨੂੰ ਕਹਿੰਦੇ ਆ ਬਲੈਸਿੰਗ ਟੋਕਨ। ਉਹ ਸਿੱਕਾ ਨਹੀਂ ਹੈ। ਸਿੱਕਾ ਉਹ ਤਦ ਕਹਿਲਾਊਗਾ ਜੀ, ਸਿੱਕਾ ਜਿਹਦੇ ਉੱਪਰ ਉਹਦੀ ਡਿਨੋਮੀਨੇਸ਼ਨ ਲਿਖੀ, ਉਹਦੀ ਵੈਲਿਊ ਲਿਖੀ ਹੋਊ, ਚਾਹੇ ਉਹ 1 ਪੈਸਾ ਚਾਹੇ ਉਹ ਅੱਧਾ ਪੈਸਾ, ਜਿਹਦੇ ਉੱਪਰ ਜਸਟ ਇੱਕ ਫੋਟੋ ਬਣੀ ਆ, ਉਹ ਆਪਾਂ ਸਿੱਕਾ ਨਹੀਂ ਕਹਿ ਸਕਦੇ, ਉਹ ਟੋਕਨ ਹੁੰਦਾ। ਉਹ ਜਿਹੜਾ ਟੋਕਨ ਆ ਉਹਦੀ ਕੀਮਤ ਜੇ ਅੱਜ ਦੀ ਤਰੀਕ 'ਚ ਈਵੇ ਜਾਂ ਹੋਰ ਮਤਲਬ ਜਿਹੜੀਆਂ ਸਾਈਟਾਂ 'ਤੇ ਦੇਖੀਏ, ਕੋਈ 5 ਲੱਖ ਮੰਗ ਰਿਹਾ, ਕੋਈ 11 ਲੱਖ ਮੰਗ ਰਿਹਾ, ਤਾਂ ਕੋਈ 51 ਲੱਖ ਮੰਗ ਰਿਹਾ, ਜਦ ਕਿ ਉਹ ਵੱਧ ਤੋਂ ਵੱਧ 100 ਜਾਂ 150 ਰੁਪਏ ਦਾ ਹੁੰਦਾ। ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜੇ ਕੱਲ੍ਹ ਨੂੰ ਕੋਈ ਮਿਊਜ਼ੀਅਮ ਬਣਦਾ ਹੈਗਾ, ਕੋਈ ਤੁਹਾਡੇ ਨਾਲ ਖੜ੍ਹਦੀ ਹੈ, ਜਾਂ ਕੋਈ ਸਿੱਖਿਆ ਸੰਸਥਾ ਖੜ੍ਹਦੀ ਹੈ, ਕੋਈ ਧਾਰਮਿਕ ਸੰਸਥਾ ਖੜ੍ਹਦੀ ਹੈ, ਕਿ ਕੱਲ੍ਹ ਨੂੰ ਕੋਈ ਪੈਸੇ ਲਾ ਕੇ ਇਸ ਤਰੀਕੇ ਨਾਲ ਇਹਨੂੰ ਨਿਲਾਮ ਕਰੇ, ਵੇਚੇ ਜਾਂ ਇਸ ਦਾ ਮੁੱਲ ਪਾਵੇ, ਤੁਸੀਂ ਕਦੇ ਇਸ ਚੀਜ਼ ਨੂੰ ਬਰਦਾਸ਼ਤ ਕਰੋਗੇ? ਬਿਲਕੁਲ ਨਹੀਂ ਬਰਦਾਸ਼ਤ ਕਰਦਾ ਜੀ। ਦੇਖੋ ਮੈਂ 28 ਸਾਲ ਤੋਂ ਲੱਗਿਆ ਹੋਇਆ, ਮੇਰੀ 28 ਸਾਲ ਦੀ ਐਂ ਕਹ ਲਓ ਦਿਨ ਪਰ ਰਾਤ ਜੋ ਮੈਂ ਇਕੱਠਾ ਕੀਤਾ, ਜੋ ਮੈਂ ਕਹਿ ਲਓ ਆਪਣਾ ਆਪ ਟੈਟ ਰਹਿ ਕੇ, ਫੈਮਿਲੀ ਨੂੰ ਟੈਟ ਕਰਕੇ, ਜਾਂ ਫੈਮਿਲੀ ਦੀਆਂ ਸਾਰੇ ਸੁਪਨੇ ਮਤਲਬ ਦੇ ਸੁਪਨੇ ਆਕਾਂਖਿਆਵਾਂ ਸਭ ਇਹਦੇ ਵਿੱਚ ਲੱਗੇ। ਹਾਂ ਵੀ ਇੰਨਾ ਕੁਛ ਕਰਕੇ ਜੇ ਮੰਨ ਲਓ ਮੈਂ ਕਲੈਕਸ਼ਨ ਕੀਤੀ ਹੈ, ਤਾਂ ਮੈਂ ਚਾਹੁੰਦਾ ਵੀ ਸਿਰਫ ਤੇ ਸਿਰਫ ਬੱਚਿਆਂ ਨੂੰ, ਨਵੀਂ ਪੀੜ੍ਹੀ ਨੂੰ ਦਿਖਾਉਣ ਵਾਸਤੇ, ਆਪਣਾ ਇਤਿਹਾਸ, ਆਪਣਾ ਵਿਰਸਾ ਦਿਖਾਉਣ ਵਾਸਤੇ ਕੀਤੀ ਆ, ਨਾ ਕਿ ਮਤਲਬ ਆਪਾਂ ਵੇਚਣ ਵਾਸਤੇ। ਪਰਮਿੰਦਰ ਸਿੰਘ ਜੀ, ਆਪਾਂ ਇੰਨੀ ਵੱਡੀ, ਕਿਉਂਕਿ ਆਪਾਂ ਨੂੰ ਲੱਗਦਾ ਨਾ ਕਿ ਕੋਈ ਵੱਡੀ ਕੋਈ ਧਿਰ ਆਪਣੇ ਨਾਲ ਜੁੜੇ, ਕੋਈ ਇਹੋ ਜਿਹੀ ਸੰਸਥਾ ਸਾਡੇ ਨਾਲ ਜੁੜ ਜੇ, ਮੰਨ ਲਓ ਕੋਈ ਯੂਨੀਵਰਸਿਟੀਆਂ ਜੁੜ ਜਾਣ, ਜਾਂ ਕੋਈ ਸਿੱਖਿਆ ਸੰਸਥਾਨ ਹੋ ਗਏ, ਜਾਂ ਧਾਰਮਿਕ ਸੰਸਥਾਵਾਂ ਹੋ ਗਈਆਂ, ਗੁਰਦੁਆਰਾ ਸਾਹਿਬ ਹੋ ਗਏ, ਕੋਈ ਮੰਦਿਰ, ਕੋਈ ਮਸੀਤ, ਕੋਈ ਇਹੋ ਜਿਹੀ ਸਾਡੇ ਨਾਲ ਜੁੜ ਜਾਣ ਜਿਹੜੇ ਇਸ ਤਰੀਕੇ ਨਾਲ ਇਸ ਨੂੰ ਵੱਡੇ ਪੱਧਰ ਤੇ ਲੋਕਾਂ ਤੱਕ ਲੈ ਕੇ ਜਾਣ। ਕਦੇ ਐਦਾਂ ਦੀ ਅਪਰੋਚ ਤੁਹਾਡੇ ਤੱਕ ਹੋਈ ਹੈ, ਕੋਈ ਸਰਕਾਰ ਵੱਲੋਂ ਜਾਂ ਕੋਈ ਇਹੋ ਜਿਹੀ ਸੰਸਥਾਵਾਂ ਦੇ ਵੱਲੋਂ? ਦੇਖੋ ਨਾ ਤਾਂ ਕੋਈ ਸਰਕਾਰ ਵੱਲੋਂ, ਨਾ ਹੀ ਇਹੋ ਜਿਹੇ ਕੋਈ ਗੁਰੂ ਘਰ ਵੱਲੋਂ, ਨਾ ਕੋਈ SGPC ਵੱਲੋਂ, ਨਾ ਕਿਸੇ ਸਾਡੇ ਇਲਾਕੇ ਦੇ ਕੋਈ ਜਿਹੜੇ MLA ਜਾਂ MP ਨੇ ਉਹਨਾਂ ਵੱਲੋਂ ਕਿਸੇ ਤੋਂ ਕੋਈ ਸਪੋਰਟ ਨਹੀਂ ਹੈਗੀ। ਮੈਂ ਆਪਦੇ ਲੈਵਲ 'ਤੇ ਜਿੰਨੀ ਮੇਰੀ ਕਲੈਕਸ਼ਨ ਆ ਉਹ ਸਾਰਿਆਂ ਨੂੰ ਮੈਂ ਮਤਲਬ ਸਕੂਲਾਂ, ਕਾਲਜਾਂ, ਗੁਰਦੁਆਰੇ, ਮੰਦਰਾਂ, ਮੇਲਿਆਂ ਦੇ ਵਿੱਚ ਜਾ ਕੇ ਡਿਸਪਲੇ ਕਰਦਾ ਰਹਿਣਾ। ਫ੍ਰੀ ਦੇ ਵਿੱਚ? ਹਾਂਜੀ ਬਿਲਕੁਲ। ਜਿੰਨੀਆਂ ਮੈਂ ਹੁਣ ਤੱਕ 184 ਪ੍ਰਦਰਸ਼ਨੀਆਂ ਲਾ ਚੁੱਕੇ ਹਾਂ ਜੀ, ਤੇ ਹੁਣ ਤੱਕ 184 ਪ੍ਰਦਰਸ਼ਨੀਆਂ ਲਾ ਚੁੱਕੇ ਹਾਂ, ਤੇ 185ਵੀਂ ਪ੍ਰਦਰਸ਼ਨੀ ਮੇਰੀ ਪਰਸੋਂ ਨੂੰ 10 ਤਰੀਕ ਨੂੰ ਆ। ਤੇ ਮੈਂ ਆਪਦੇ ਲੈਵਲ 'ਤੇ ਹੀ ਸਾਰਾ ਕਰਦਾ, ਨੋ ਪ੍ਰੋਫਿਟ ਨੋ ਲਾਸ 'ਤੇ। ਜਿਵੇਂ ਹੁਣ ਟੈਂਪੂ ਵਾਲੇ ਨੇ ਮਤਲਬ ਪ੍ਰਦਰਸ਼ਨੀ ਦਾ ਸਮਾਨ ਲੈ ਕੇ ਜਾਣਾ, ਦੇਖੋ ਟੈਂਪੂ ਵਾਲਾ ਮੈਂ ਸੇਵਾ ਕਰ ਸਕਦਾ, ਟੈਂਪੂ ਵਾਲੇ ਨੇ ਨਹੀਂ ਕਰਨੀ। ਜਿਹੜੇ ਮੇਰੇ ਨਾਲ 5-6 ਵਰਕਰ ਜਾਣਗੇ, ਉਹਨਾਂ ਨੇ 400 ਰੁਪਏ ਦਿਹਾੜੀ ਆ, ਉਹਨਾਂ ਨੇ ਆਪਦੇ ਪੈਸੇ ਲੈਣੇ ਆ, ਉਹ ਸੇਵਾ ਨਹੀਂ ਕਰ ਸਕਦੇ, ਮੈਂ ਪੱਲੇ ਉਹਨਾਂ ਨੂੰ ਦੇ ਨਹੀਂ ਸਕਦਾ। ਦੇਖੋ ਨੋ ਪ੍ਰੋਫਿਟ ਨੋ ਲਾਸ, ਜੋ ਖਰਚਾ ਹੈਗਾ ਮੈਂ ਉਹ ਲੈ ਲੈਂਦਾ, ਤੇ ਬਿਲਕੁਲ ਫ੍ਰੀ ਪ੍ਰਦਰਸ਼ਨੀਆਂ ਲਾਉਣਾ। ਬਾਕੀ ਜੇ ਕੋਈ ਮੰਨ ਲਓ ਕੋਈ ਸੰਸਥਾ ਜਾਂ ਗੁਰਦੁਆਰਾ ਸਾਹਿਬ ਵਾਲਾ ਜਾਂ ਕੋਈ ਉੱਥੇ ਕੋਈ ਮੇਰੀ ਹੌਸਲਾ ਅਫਜ਼ਾਈ ਵਾਸਤੇ ਕੁਛ ਮੰਨ ਲਓ ਮੈਨੂੰ ਅਲੱਗ ਦੇ ਦਿੰਦਾ, ਤਾਂ ਮੈਂ ਉਹਨਾਂ ਪੈਸਿਆਂ ਦਾ ਹੀ ਅਲੱਗ ਹੋਰ ਕੋਈ ਜੇ ਚੀਜ਼ ਮਿਲਦੀ ਉਹਦੇ ਵਿੱਚ ਹੋਰ ਐਡ ਕਰਕੇ ਮੈਂ ਹੋਰ ਕਲੈਕਸ਼ਨ ਵਧਾ ਲੈਂਦਾ ਜੀ। ਹੁਣ ਤੁਹਾਡੀ ਕੋਸ਼ਿਸ਼ ਕੀ ਹੋਏਗੀ, ਕਿਉਂਕਿ ਪ੍ਰਾਈਮ ਏਸ਼ੀਆ ਟੀਵੀ ਦੇ ਮਾਧਿਅਮ ਰਾਹੀਂ ਬਹੁਤ ਸਾਰੇ ਦਰਸ਼ਕ, ਬਹੁਤ ਸਾਰੇ ਇਹਨਾਂ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਲੋਕ ਵੀ ਦੇਖ ਰਹੇ ਹੋਣਗੇ, ਉਹਨਾਂ ਨੂੰ ਕੀ ਕਹੋਗੇ, ਕੀ ਸੁਨੇਹਾ ਦਿਓਗੇ, ਕਿੱਦਾਂ ਆਪਣੇ ਨਾਲ ਜੋੜਨ ਲਈ ਕਹੋਗੇ, ਜਾਂ ਫਿਰ ਕਿਵੇਂ ਤੁਹਾਡੇ ਕੋਲ ਯੋਜਨਾ, ਜੇਕਰ ਉਹ ਕੋਈ ਮਦਦ ਕਰਨਾ ਚਾਹੁੰਦੇ ਹੋਣ ਕਿਸੇ ਤਰੀਕੇ ਦੀ, ਕਿਸੇ ਕੋਲ ਗ੍ਰੰਥ ਨੇ ਜਾਂ ਕੋਈ ਕਿਸੇ ਤਰੀਕੇ ਦੇ ਨਾਲ ਮਦਦ ਕਰਨਾ ਚਾਹੁੰਦੇ, ਤਾਂ ਕਿਸ ਤਰੀਕੇ ਦੀ ਮਦਦ ਤੁਹਾਨੂੰ ਚਾਹੀਦੀ ਹੈ? ਮੈਂ ਚਾਹੁੰਦਾ ਵੀ ਪਹਿਲੀ ਗੱਲ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਕਿਸੇ ਕੋਲੇ ਵੀ ਕੋਈ ਗ੍ਰੰਥ ਨੇ, ਕੋਈ ਸਿੱਕੇ ਨੇ, ਜਿਹੜਾ ਕੋਈ ਨਹੀਂ ਸਾਂਭਣਾ ਚਾਹੁੰਦਾ ਜਾਂ ਕੋਈ ਉਹਨਾਂ ਦੀ ਸਾਂਭ ਸੰਭਾਲ ਨਹੀਂ ਕਰ ਸਕਦਾ, ਵੀ ਬੰਦੇ ਆਪ ਕਿਤੇ ਹੋਰ ਬੈਠੇ ਨੇ, ਸਮਾਨ ਉਹਨਾਂ ਦੇ ਘਰੇ ਪਿਆ, ਉਹ ਪਿਆ ਖਰਾਬ ਹੋ ਰਿਹਾ, ਗਲ ਰਿਹਾ, ਸੜ ਰਿਹਾ, ਠੀਕ ਹੈ ਨਾ, ਵੀ ਉਹਨਾਂ ਨੂੰ ਚਾਹੀਦਾ ਵੀ ਮਤਲਬ ਜਿਹੜਾ ਕੋਈ ਸਾਂਭ ਰਿਹਾ ਮੇਰੇ ਵਰਗਾ ਉਹਨਾਂ ਨੂੰ ਮਤਲਬ ਦੇਣ।
ਤੇ ਜੇ ਮੰਨ ਲਓ ਦੂਜੀ ਗੱਲ ਜਿਹੜੀ ਮੇਰੀ ਅਗਲੀ ਪਲੈਨਿੰਗ ਆ ਵੀ ਮੈਂ ਚਾਹੁੰਦਾ ਵੀ ਕੋਈ ਬੰਦਾ ਕੋਈ ਸੰਸਥਾ ਵੀ ਮੇਰੇ ਨਾਲ ਮਤਲਬ ਮੋਢੇ ਨਾਲ ਮੋਢਾ ਲਾ ਕੇ ਚੱਲੇ, ਵੀ ਆਪਾਂ ਰਲ ਮਿਲ ਕੇ ਇੱਕ ਮਿਊਜ਼ੀਅਮ ਬਣਾਈਏ ਜਿਹਦੇ ਵਿੱਚ ਇਹ ਸਾਰਾ ਸਮਾਨ ਡਿਸਪਲੇ ਕਰੀਏ, ਤਾਂ ਕਿ ਮਤਲਬ ਇਹਨਾਂ ਚੀਜ਼ਾਂ ਦੀ ਸਾਂਭ ਸੰਭਾਲ ਹੋ ਸਕੇ, ਆਉਣ ਵਾਲੀ ਨਵੀਂ ਪੀੜ੍ਹੀ ਵਾਸਤੇ ਇਹਨਾਂ ਨੂੰ ਬਚਾਇਆ ਜਾ ਸਕੇ। ਧੰਨਵਾਦ ਪਰਮਿੰਦਰ ਜੀ, ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ ਜੀ। ਸੋ ਬਿਲਕੁਲ ਅਹਿਮਦਗੜ੍ਹ ਦੇ ਵਿੱਚ ਪਰਮਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਤੁਸੀਂ ਦੇਖੀ, ਮੁਲਾਕਾਤ ਦੇਖੀ ਕਿ ਜਿੰਨੇ ਸੋਹਣੇ ਇਹਨਾਂ ਦੇ ਵਿਚਾਰ ਨੇ, ਉਸ ਤੋਂ ਹੀ ਖੂਬਸੂਰਤ ਇਹਨਾਂ ਨੇ ਚੀਜ਼ਾਂ ਖਜ਼ਾਨੇ ਦੇ ਤੌਰ ਦੇ ਉੱਤੇ ਸਾਂਭ ਕੇ ਰੱਖੀਆਂ ਨੇ। ਆਪਾਂ ਗੱਲਾਂ ਬਹੁਤ ਵੱਡੀਆਂ ਕਰਦੇ ਹਾਂ, ਸਭ ਦੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਵਿਰਸੇ ਨੂੰ, ਸਾਡੀ ਵਿਰਾਸਤ ਨੂੰ ਸਾਂਭਿਆ ਜਾਣਾ ਚਾਹੀਦਾ ਹੈ, ਪਰ ਉਸ ਦੇ ਲਈ ਯਤਨ ਬਹੁਤ ਘੱਟ ਲੋਕ ਕਰ ਰਹੇ ਨੇ। ਜੇ ਕੋਈ ਕਰਨਾ ਚਾਹੁੰਦਾ ਹੈ ਤਾਂ ਇਹੋ ਜਿਹੇ ਸੱਜਣਾਂ ਦੇ ਨਾਲ ਜ਼ਰੂਰ ਰਾਬਤਾ ਕੰਮ ਕਰਕੇ ਇਹੋ ਜਿਹੀ ਚੀਜ਼ਾਂ ਨੂੰ ਕਿ ਸੰਭਾਲਿਆ ਜਾਵੇ, ਤਾਂ ਕਿ ਸਾਡੀ ਨਵੀਂ ਪੀੜ੍ਹੀ ਇਸ ਦੇ ਨਾਲ ਜ਼ਰੂਰ ਜੁੜ ਸਕੇ। ਜੇਕਰ ਅੱਜ ਦੀ ਸਾਡੀ ਮੁਲਾਕਾਤ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਕੈਮਰਾਮੈਨ ਦੀਪਕ ਦੇ ਨਾਲ ਮੈਂ ਅਨੰਦਪ੍ਰੀਤ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।